ਮੇਰਾ ਨਾਮ ਸੁਨੈਨਾ ਹੈ। ਮੇਰੇ ਭਰਾ ਦਾ ਨਾਮ ਸੂਰਜ ਹੈ ਅਤੇ ਮੇਰੀ ਭਾਬੀ ਦਾ ਨਾਮ ਸਰੋਜ ਹੈ। ਉਹਨਾਂ ਦੀ ਇੱਕ 8 ਸਾਲ ਦੀ ਪਿਆਰੀ ਬੇਟੀ ਹੈ ਜਿਸ ਦਾ ਨਾਮ ਮੋਹਨੀ ਹੈ, ਜੋ ਸਕੂਲ ਜਾਂਦੀ ਸੀ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਖੇਡਾਂ ਦੀ ਬਹੁਤ ਸ਼ੌਕੀਨ ਸੀ। ਉਹ ਸਮਝਦਾਰ ਕੁੜੀ ਸੀ। ਉਹ ਸਾਰਿਆਂ ਦੀਆਂ ਨਜ਼ਰਾਂ ਵਿੱਚ ਬਹੁਤ ਚੰਗੀ ਸੀ ਅਤੇ ਹਰ ਕੰਮ ਵਿੱਚ ਸਭ ਤੋਂ ਅੱਗੇ ਰਹਿੰਦੀ ਸੀ। ਘਰਦਿਆਂ ਵਿੱਚ ਵੀ ਸਾਰੇ ਉਸ ਨੂੰ ਸਿਆਣੀ ਅਤੇ ਸਮਝਦਾਰ ਕਹਿੰਦੇ ਸਨ। ਪਰ ਹੁਣ ਭਾਬੀ ਨੂੰ ਬਹੁਤ ਚਿੰਤਾ ਹੋਣ ਲੱਗੀ ਕਿਉਂਕਿ ਮੋਹਨੀ ਹੁਣ ਕੋਈ ਕੰਮ ਨਹੀਂ ਕਰਦੀ ਸੀ ਤੇ ਉਸ ਨੂੰ ਕਿਸੇ ਕੰਮ ਵਿੱਚ ਦਿਲਚਸਪੀ ਨਹੀਂ ਸੀ। ਪੜ੍ਹਨ ਲਈ ਕਹਿੰਦੇ ਤਾਂ ਉਹ ਰੋਣ ਲੱਗ ਜਾਂਦੀ। ਭਾਬੀ ਪਿਛਲੇ 3 ਹਫ਼ਤਿਆਂ ਤੋਂ ਉਸਦੇ ਬਦਲੇ ਹੋਏ ਵਿਹਾਰ ਨੂੰ ਦੇਖ ਰਹੀ ਸੀ। ਅੱਜ ਵੀ ਉਹ ਆ ਕੇ ਸਿੱਧਾ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਈ। ਜਦੋਂ ਭਾਬੀ ਕਮਰੇ ਵਿੱਚ ਗਈ ਤਾਂ ਉਹ ਬਹੁਤ ਹੈਰਾਨ ਹੋਈ ਕਿਉਂਕਿ ਮੋਹਨੀ ਕਦੇ ਵੀ ਕੱਪੜੇ ਬਦਲੇ ਬਿਨਾਂ ਨਹੀਂ ਸੌਂਦੀ ਸੀ। ਫਿਰ ਭਾਬੀ ਨੇ ਸੋਚਿਆ ਕਿ ਸ਼ਾਇਦ ਉਹ ਥੱਕ ਗਈ ਹੈ ਤੇ ਇਸੇ ਲਈ ਆਉਂਦਿਆਂ ਹੀ ਸੌਂ ਗਈ। ਉਸ ਨੇ ਕਮਰੇ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਅਤੇ ਰਸੋਈ ਵਿੱਚ ਜਾ ਕੇ ਖਾਣਾ ਬਣਾਉਣ ਦੀ ਤਿਆਰੀ ਕਰਨ ਲੱਗੀ। ਭੋਜਨ ਤਿਆਰ ਕਰਨ ਵਿੱਚ 4 ਘੰਟੇ ਲੱਗ ਗਏ। ਇਸ ਦੌਰਾਨ ਉਸ ਨੇ ਮੋਹਨੀ ਨੂੰ 3 ਵਾਰ ਬੁਲਾਇਆ ਪਰ ਉਹ ਨਹੀਂ ਆਈ। ਇਸ ਵਾਰ ਭਾਬੀ ਨੂੰ ਗੁੱਸਾ ਆ ਗਿਆ ਤਾਂ ਉਹ ਖਾਣਾ ਮੇਜ਼ ਤੇ ਰੱਖ ਕੇ ਕਮਰੇ ਵਿੱਚ ਚਲੀ ਗਈ। ਲਾਈਟ ਆਨ ਕਰਨ ਤੋਂ ਬਾਅਦ ਭਾਬੀ ਨੇ ਸਖਤੀ ਨਾਲ ਕਿਹਾ, ਮੋਹਨੀ ਉੱਠ, ਤੂੰ ਬਹੁਤ ਸੌਣ ਲਈ। ਤੇਰੇ ਕੋਲ 1 ਮਿੰਟ ਦਾ ਸਮਾਂ ਹੈ। ਜੇਕਰ ਤੂੰ 1 ਮਿੰਟ ਦੇ ਅੰਦਰ ਨਾ ਆਈ ਮੈਂ ਤੇਰੇ ਨਾਲ ਬਹੁਤ ਬੁਰਾ ਵਿਵਹਾਰ ਕਰਾਂਗੀ। ਤੁਹਾਡੇ ਤਾਂ ਨਖਰੇ ਹੀ ਖਤਮ ਨਹੀਂ ਹੋ ਰਹੇ। ਸ਼ਾਇਦ ਉਹ ਭਾਬੀ ਦੇ ਗੁੱਸੇ ਤੋਂ ਡਰ ਗਈ ਸੀ ਅਤੇ ਇਸੇ ਲਈ ਉਹ ਬੈੱਡ ਤੋਂ ਬਹੁਤ ਜਲਦੀ ਹੇਠਾਂ ਉਤਰ ਗਈ। ਹੁਣ ਭਾਬੀ ਨੇ ਦੇਖਿਆ ਕਿ ਉਸਦੇ ਹੱਥ ਕੰਬ ਰਹੇ ਸਨ। ਭਾਬੀ ਨੂੰ ਸ਼ਰਮ ਮਹਿਸੂਸ ਹੋਈ ਕਿ ਉਸਨੇ ਛੋਟੀ ਕੁੜੀ ਨੂੰ ਇੰਨੀ ਸਖਤੀ ਨਾਲ ਝਿੜਕਿਆ। ਭਾਬੀ ਉਸ ਕੋਲ ਆਈ ਤੇ ਪਿਆਰ ਨਾਲ ਹੌਲੀ ਜਿਹੀ ਬੋਲੀ, ਮੋਹਨੀ ਬੇਟਾ, ਕੱਪੜੇ ਬਦਲ ਕੇ ਹੇਠਾਂ ਆ ਜਾ। ਖਾਣਾ ਠੰਡਾ ਹੋ ਰਿਹਾ ਹੈ, ਫਿਰ ਤੁਸੀਂ ਹੋਮਵਰਕ ਵੀ ਕਰਨਾ ਹੈ। ਭਾਬੀ ਨੇ ਆਪਣੀ ਬੇਟੀ ਨੂੰ ਪਿਆਰ ਨਾਲ ਜੱਫੀ ਪਾ ਲਈ ਪਰ ਝਿੜਕਣ ਕਾਰਨ ਉਹ ਉਸ ਨੂੰ ਹੋਰ ਕੱਸ ਕੇ ਚਿੰਬੜ ਗਈ। ਉਸ ਦਾ ਅਜਿਹਾ ਵਿਵਹਾਰ ਦੇਖ ਕੇ ਭਾਬੀ ਪਰੇਸ਼ਾਨ ਹੋ ਗਈ। ਉਹ ਅਜਿਹਾ ਵਿਵਹਾਰ ਕਿਉਂ ਕਰ ਰਹੀ ਸੀ? ਸ਼ਾਇਦ ਭਾਬੀ ਨੇ ਵੀ ਗੁੱਸੇ ਵਿੱਚ ਉਸ ਨੂੰ ਜ਼ਿਆਦਾ ਝਿੜਕ ਦਿੱਤਾ ਸੀ। ਇਸ ਲਈ ਭਾਬੀ ਨੇ ਕਿਹਾ, ਮੈਨੂੰ ਮਾਫ਼ ਕਰ ਦਿਓ ਮੇਰੀ ਬੇਟੀ, ਮੈਨੂੰ ਧਿਆਨ ਰੱਖਣਾ ਚਾਹੀਦਾ ਸੀ। ਅੱਜ ਤੋਂ ਬਾਅਦ ਅਜਿਹਾ ਨਹੀਂ ਹੋਵੇਗਾ। ਚਲੋ ਤਾਜ਼ਾ ਹੋ ਜਾਓ ਅਤੇ ਫਿਰ ਮੰਮੀ ਤੁਹਾਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਵੇਗੀ। ਭਾਬੀ ਨੇ ਆਪਣੀ ਧੀ ਨੂੰ ਵੱਖ ਕਰਦੇ ਹੋਏ ਕਿਹਾ ਅਤੇ ਫਿਰ ਉਸ ਨੂੰ ਬਾਥਰੂਮ ਭੇਜ ਦਿੱਤਾ ਅਤੇ ਖੁਦ ਰਸੋਈ ਵਿੱਚ ਆ ਗਈ। ਰਸੋਈ 'ਚ ਆ ਕੇ ਭਾਬੀ ਨੇ ਸਾਰਾ ਖਾਣਾ ਮੇਜ਼ ਤੇ ਰੱਖ ਦਿੱਤਾ ਤੇ ਉਸ ਦੀ ਉਡੀਕ ਕਰਨ ਲੱਗੀ। ਜਦੋਂ 15 ਮਿੰਟ ਬੀਤ ਗਏ ਤਾਂ ਭਾਬੀ ਨੇ ਉਸ ਨੂੰ ਬੁਲਾਇਆ, ਬੇਟੀ ਆ ਜਾਓ, ਅਸੀਂ ਖਾਣਾ ਖਾ ਲਈਏ। ਪਰ ਕੋਈ ਜਵਾਬ ਨਹੀਂ ਆਇਆ। ਭਾਬੀ ਨੇ ਸੋਚਿਆ ਸ਼ਾਇਦ ਉਹ ਆਪਣੇ ਕੱਪੜੇ ਬਦਲ ਰਹੀ ਹੈ। ਭਾਬੀ ਨੇ ਥਾਲੀ ਵਿੱਚ ਖਾਣਾ ਪਾ ਕੇ ਘੜੀ ਦਾ ਸਮਾਂ ਚੈੱਕ ਕੀਤਾ, ਫਿਰ ਮੋਬਾਈਲ ਚੁੱਕ ਕੇ ਮੋਬਾਈਲ ਵਰਤਣ ਲੱਗ ਪਈ। ਪਰ 1 ਘੰਟਾ ਬੀਤ ਗਿਆ ਤੇ ਉਹ ਨਾ ਆਈ। ਇਸ ਵਾਰ ਭਾਬੀ ਖੁਦ ਕਮਰੇ ਵਿੱਚ ਗਈ ਅਤੇ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ। ਉਹ ਭਾਬੀ ਦੇ ਸਾਹਮਣੇ ਖੜੀ ਸੀ। ਭਾਬੀ ਉਸ ਨੂੰ ਦੇਖ ਕੇ ਪੂਰੀ ਤਰ੍ਹਾਂ ਘਬਰਾ ਗਈ। ਉਹ ਆਪਣੇ ਨੋਹਾਂ ਨਾਲ ਆਪਣੇ ਹੱਥ ਤੇ ਚਿਹਰੇ ਨੂੰ ਰਗੜ ਰਹੀ ਸੀ ਅਤੇ ਆਪਣੇ ਕੱਪੜੇ ਵੀ ਗਿੱਲੇ ਕਰ ਰਹੀ ਸੀ। ਭਾਬੀ ਨੇ ਅੱਗੇ ਵਧ ਕੇ ਉਸ ਨੂੰ ਟੂਟੀ ਤੋਂ ਦੂਰ ਕਰ ਦਿੱਤਾ ਤੇ ਟੂਟੀ ਬੰਦ ਕਰ ਦਿੱਤੀ। ਇਹ ਤੁਸੀਂ ਕੀ ਕੀਤਾ? ਤੁਸੀਂ ਸਾਰੇ ਕੱਪੜੇ ਗਿੱਲੇ ਕਿਉਂ ਕੀਤੇ? ਭਾਬੀ ਨੂੰ ਗੁੱਸਾ ਆਉਣਾ ਸ਼ੁਰੂ ਹੋ ਗਿਆ ਸੀ ਪਰ ਉਹ ਸ਼ਾਂਤ ਖੜੀ ਸੀ ਅਤੇ ਭਾਬੀ ਉਸ ਨੂੰ ਸਵਾਲ ਕਰ ਰਹੀ ਸੀ। ਪਰ ਮੋਹਨੀ ਦਾ ਰੰਗ ਫਿੱਕਾ ਪੈ ਗਿਆ। ਉਸਨੇ ਜਵਾਬ ਦਿੱਤਾ ਅਤੇ ਕਿਹਾ, ਮੈਂ ਅਜਿਹਾ ਕੁਝ ਨਹੀਂ ਕੀਤਾ। ਹੁਣ ਇਸ ਤਰ੍ਹਾਂ ਡਰੀ ਖੜੀ ਸੀ ਜਿਵੇਂ ਉਸ ਨੂੰ ਕੋਈ ਚੋਰੀ ਫੜੇ ਜਾਣ ਦਾ ਡਰ ਹੋਵੇ। ਭਾਬੀ ਨੇ ਕਿਹਾ, ਮੋਹਨੀ ਤੇਰੀ ਹਾਲਤ ਦੇਖ ਕੇ ਤੂੰ ਕੀ ਕੀਤਾ? ਭਾਬੀ ਉਸ ਨੂੰ ਬਾਂਹ ਤੋਂ ਫੜ ਕੇ ਕਮਰੇ ਵਿੱਚ ਲੈ ਆਈ। ਮੋਹਨੀ ਨੇ ਕਿਹਾ, ਮੰਮੀ ਮੈਨੂੰ ਗਰਮੀ ਲੱਗ ਰਹੀ ਸੀ। ਭਾਬੀ ਨੇ ਕਿਹਾ, ਗਰਮੀ ਲੱਗ ਰਹੀ ਸੀ? ਮੌਸਮ ਦੇਖੋ, ਸਰਦੀ ਆਉਣ ਵਾਲੀ ਹੈ ਅਤੇ ਠੰਡ ਪੈ ਰਹੀ ਹੈ ਅਤੇ ਤੁਸੀਂ ਗਰਮੀ ਮਹਿਸੂਸ ਕਰ ਰਹੇ ਹੋ। ਭਾਬੀ ਨੇ ਗੁੱਸੇ ਨਾਲ ਕਿਹਾ, ਤੂੰ ਮੈਨੂੰ ਇੰਨਾ ਪਰੇਸ਼ਾਨ ਕਿਉਂ ਕਰ ਰਹੀ ਹੈ? ਮੋਹਨੀ ਨੇ ਰੋਂਦੇ ਹੋਏ ਕਿਹਾ, ਮੰਮੀ ਜੀ ਮੈਨੂੰ ਮਾਫ਼ ਕਰ ਦਿਓ, ਮੇਰੇ ਨਾਲ ਨਾਰਾਜ਼ ਨਾ ਹੋਵੋ। ਮੈਂ ਅੱਜ ਤੋਂ ਅਜਿਹਾ ਕੁਝ ਨਹੀਂ ਕਰਾਂਗੀ। ਉਹ ਭਾਬੀ ਦਾ ਦੁਪੱਟਾ ਫੜ ਕੇ ਇਹ ਸਭ ਕਹਿ ਰਹੀ ਸੀ। ਫਿਰ ਭਾਬੀ ਨੇ ਉਸ ਨੂੰ ਪਿਆਰ ਕੀਤਾ ਅਤੇ ਫਿਰ ਉਸ ਦੇ ਕੱਪੜੇ ਬਦਲਵਾ ਕੇ ਉਸ ਨੂੰ ਬਾਹਰ ਲੈ ਆਈ।
ਉਸ ਨੂੰ ਖੁਦ ਖਾਣਾ ਖਵਾਇਆ ਅਤੇ ਫਿਰ ਬੜੀ ਮੁਸ਼ਕਲ ਨਾਲ ਸਕੂਲ ਦਾ ਕੰਮ ਕਰਵਾਇਆ। ਉਹ ਕਿਸੇ ਵੀ ਹਾਲਤ ਵਿੱਚ ਕੰਮ ਨਹੀਂ ਕਰਨਾ ਚਾਹੁੰਦੀ ਸੀ। ਪਹਿਲਾਂ ਭਾਬੀ ਨੇ ਕੰਮ ਪੂਰਾ ਕਰਵਾਇਆ ਤੇ ਫਿਰ ਟੀਵੀ ਚਲਾ ਦਿੱਤਾ। ਫਿਰ ਕੁਝ ਸਮੇਂ ਬਾਅਦ ਉਹ ਰਸੋਈ ਦਾ ਸਾਰਾ ਕੰਮ ਮੁਕਾ ਕੇ ਵਿਹੜੇ ਵਿੱਚ ਆ ਗਈ। ਫਿਰ ਮੈਂ ਉਸ ਨੂੰ ਸੌਣ ਲਈ ਕਿਹਾ। ਇਉਂ ਲੱਗ ਰਿਹਾ ਸੀ ਜਿਵੇਂ ਉਹ ਕਮਰੇ ਵਿੱਚ ਜਾਣ ਲਈ ਤਿਆਰ ਬੈਠੀ ਹੋਵੇ। ਮੇਰੇ ਕਹਿਣ ਤੇ ਉਹ ਤੁਰੰਤ ਕਮਰੇ ਵੱਲ ਭੱਜੀ। ਮੈਂ ਬਹੁਤ ਹੈਰਾਨ ਸੀ। ਮੈਨੂੰ ਕਈ ਵਾਰ ਉਸ ਨੂੰ ਟੀਵੀ ਤੋਂ ਉੱਠਣ ਲਈ ਬਾਰ-ਬਾਰ ਕਹਿਣਾ ਪੈਂਦਾ ਸੀ, ਪਰ ਅੱਜ ਪਹਿਲੀ ਵਾਰ ਕਹਿਣ ਤੇ ਉਹ ਉੱਠ ਕੇ ਚਲੀ ਗਈ। ਭਾਬੀ ਵੀ ਦਿਨ ਦੇ ਕੰਮ ਤੋਂ ਵਿਹਲੇ ਹੋ ਕੇ ਕਮਰੇ ਵਿੱਚ ਆ ਕੇ ਲੇਟ ਗਈ। ਭਾਬੀ ਸੋਚ ਹੀ ਰਹੀ ਸੀ ਕਿ ਮੇਰੀ ਬੇਟੀ ਨੂੰ ਕੀ ਹੋ ਗਿਆ ਹੈ। ਫਿਰ ਮੋਹਨੀ ਘਬਰਾ ਕੇ ਉੱਠੀ। ਬੇਟੀ ਦੀ ਆਵਾਜ਼ ਸੁਣ ਕੇ ਭਾਬੀ ਵੀ ਜਾਗ ਗਈ। ਜਦੋਂ ਉਸ ਨੇ ਲਾਈਟ ਆਨ ਕਰਕੇ ਮੋਹਨੀ ਨੂੰ ਦੇਖਿਆ ਤਾਂ ਉਸ ਦਾ ਪੂਰਾ ਚਿਹਰਾ ਪਸੀਨੇ ਨਾਲ ਭਿੱਜਿਆ ਹੋਇਆ ਸੀ। ਫਿਰ ਭਾਬੀ ਨੇ ਪੁੱਛਿਆ, ਮੇਰੀ ਬੇਟੀ ਨੂੰ ਕੀ ਹੋ ਗਿਆ? ਇਹ ਮੈਂ ਹਾਂ, ਉਸਨੇ ਉਸ ਨੂੰ ਜੱਫੀ ਪਾਉਂਦੇ ਹੋਏ ਕਿਹਾ। ਉਹ ਬੁਰੀ ਤਰ੍ਹਾਂ ਕੰਬ ਰਹੀ ਸੀ। ਫਿਰ ਭਾਬੀ ਨੇ ਪੁੱਛਿਆ, ਕੀ ਹੋਇਆ? ਕੋਈ ਮਾੜਾ ਸੁਪਨਾ ਦੇਖਿਆ ਹੈ? ਭਾਬੀ ਨੇ ਪੁੱਛਿਆ ਤਾਂ ਉਸਨੇ ਸਿਰ ਹਿਲਾਇਆ, ਪਰ ਉਸ ਦੇ ਚਿਹਰੇ ਤੇ ਅਜੀਬ ਕਿਸਮ ਦੀ ਘਬਰਾਹਟ ਨਜ਼ਰ ਆਈ, ਜਿਵੇਂ ਉਹ ਕੁਝ ਕਹਿਣਾ ਚਾਹੁੰਦੀ ਹੈ ਪਰ ਕਹਿ ਨਹੀਂ ਸਕਦੀ। ਜੇ ਭਾਬੀ ਪੁੱਛਦੀ ਤਾਂ ਵੀ ਉਹ ਨਾ ਦੱਸਦੀ। ਹੁਣ ਭਾਬੀ ਨੂੰ ਉਸ ਦੀ ਚਿੰਤਾ ਸਤਾਉਣ ਲੱਗੀ ਤੇ ਉਸ ਨੂੰ ਕਿਹਾ ਕਿ ਤੁਸੀਂ ਫਿਕਰ ਨਾ ਕਰੋ, ਤੁਸੀਂ ਬਹਾਦਰ ਹੋ ਅਤੇ ਡਰਦੇ ਨਹੀਂ ਹੁੰਦੇ। ਚਲੋ ਸੌ ਜਾਓ। ਸ਼ਾਬਾਸ਼। ਭਾਬੀ ਨੇ ਉਸ ਨੂੰ ਕੋਲ ਲੇਟਣ ਲਈ ਕਿਹਾ ਅਤੇ ਥੋੜੇ ਸਮੇਂ ਵਿੱਚ ਹੀ ਉਹ ਸੌਂ ਗਈ। ਉਸ ਨੂੰ ਆਰਾਮ ਨਾਲ ਸੌਂਦਾ ਦੇਖ ਕੇ ਭਾਬੀ ਵੀ ਲਾਈਟ ਬੰਦ ਕਰਕੇ ਸੌਂ ਗਈ। ਜਦੋਂ ਉਸ ਨੂੰ ਸਵੇਰੇ ਸਕੂਲ ਲਈ ਉਠਾਇਆ ਤਾਂ ਉਹ ਸਕੂਲ ਨਾ ਜਾਣ ਦੀ ਜਿੱਦ ਕਰਨ ਲੱਗੀ। ਉਹ ਕਹਿ ਰਹੀ ਸੀ ਕਿ ਮੈਂ ਪੜ੍ਹਨਾ ਨਹੀਂ ਚਾਹੁੰਦੀ, ਮੈਂ ਘਰ ਰਹਿ ਕੇ ਤੁਹਾਡੇ ਨਾਲ ਕੰਮ ਕਰਾਂਗੀ। ਉਸ ਦੀ ਗੱਲ ਸੁਣ ਕੇ ਭਾਬੀ ਹੈਰਾਨ ਰਹਿ ਗਈ। ਉਸ ਨੇ ਕਿਹਾ ਕਿ ਪਹਿਲਾਂ ਤਾਂ ਉਹ ਪੜ੍ਹਾਈ ਦੀ ਮਾਲਾ ਜਪਦੀ ਰਹਿੰਦੀ ਸੀ, ਕਹਿੰਦੀ ਰਹਿੰਦੀ ਸੀ ਕਿ ਮੈਂ ਪੜ੍ਹਾਂਗੀ, ਪੜ੍ਹ ਕੇ ਵੱਡੀ ਅਫਸਰ ਬਣਾਂਗੀ, ਅਤੇ ਹੁਣ ਉਸ ਦੀ ਪੜ੍ਹਾਈ ਨਾ ਕਰਨ ਦਾ ਕਹਿਣਾ। ਇਹ ਸਾਰੀਆਂ ਅਜੀਬ ਹਰਕਤਾਂ ਭਾਬੀ ਨੂੰ ਬਹੁਤ ਪਰੇਸ਼ਾਨ ਕਰਨ ਲੱਗੀਆਂ ਸਨ। ਉਸ ਨੂੰ ਝਿੜਕਣ ਤੋਂ ਬਾਅਦ ਭਾਬੀ ਨੇ ਉਸ ਨੂੰ ਤਿਆਰ ਕਰਕੇ ਸਕੂਲ ਭੇਜ ਦਿੱਤਾ। ਉਹ ਸਵੇਰੇ ਸਕੂਲ ਵੈਨ ਵਿੱਚ ਸਕੂਲ ਜਾਂਦੀ ਸੀ ਅਤੇ ਦੁਪਹਿਰ ਨੂੰ ਉਹ ਉਸ ਨੂੰ ਵਾਪਸ ਛੱਡ ਦਿੰਦੀ ਸੀ। ਜਦੋਂ ਦੁਪਹਿਰ ਨੂੰ ਉਹ ਸਕੂਲ ਤੋਂ ਆਈ ਅਤੇ ਆਪਣਾ ਬੈਗ ਰੱਖ ਕੇ ਕਮਰੇ ਵਿੱਚ ਚਲੀ ਗਈ। ਜਦੋਂ ਭਾਬੀ ਨੇ ਕਮਰੇ ਵਿੱਚ ਜਾ ਕੇ ਉਸ ਨੂੰ ਮੰਜੇ ਤੇ ਸੁੱਤਾ ਹੋਇਆ ਦੇਖਿਆ ਤਾਂ ਉਸਨੇ ਕਿਹਾ, ਮੋਹਨੀ ਅੱਜ ਨਹੀਂ ਸੌਣਾ, ਉੱਠ, ਕੱਲ ਵੀ ਤੂੰ ਟਿਊਸ਼ਨ ਨਹੀਂ ਗਈ, ਉੱਠ, ਸ਼ਾਬਾਸ਼ੀ। ਭਾਬੀ ਨੇ ਜ਼ਬਰਦਸਤੀ ਉਸ ਨੂੰ ਉਠਾ ਲਿਆ, ਉਸ ਦੇ ਕੱਪੜੇ ਬਦਲੇ, ਉਸ ਨੂੰ ਖਵਾਇਆ ਅਤੇ ਉਸ ਨੂੰ ਟਿਊਸ਼ਨ ਭੇਜ ਦਿੱਤਾ। ਸਵੇਰ ਦੀ ਤਰ੍ਹਾਂ ਹੀ ਉਹ ਰੋਂਦੀ ਹੋਈ ਟਿਊਸ਼ਨ ਗਈ। ਭਾਬੀ ਘਬਰਾਹਟ ਵਿੱਚ ਰਸੋਈ ਵਿੱਚ ਆ ਗਈ ਤੇ ਕੁਝ ਦੇਰ ਬਾਅਦ ਘਰ ਦਾ ਦਰਵਾਜ਼ਾ ਖੜਕਾਇਆ ਤੇ ਉਹ ਬਾਹਰ ਚਲੀ ਗਈ। ਜਦੋਂ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਮੋਹਨੀ ਉੱਥੇ ਸੀ। ਉਸਨੇ ਘਰ ਵਿੱਚ ਆ ਕੇ ਮੈਨੂੰ ਪ੍ਰਣਾਮ ਕੀਤਾ। ਮੈਂ ਪ੍ਰਣਾਮ ਦਾ ਜਵਾਬ ਦਿੱਤਾ ਅਤੇ ਫਿਰ ਵਿਹੜੇ ਵਿੱਚ ਆ ਗਈ ਤੇ ਵਿਹੜੇ ਵਿੱਚ ਪਏ ਮੰਜੇ ਉੱਤੇ ਬੈਠ ਗਈ। ਜਦੋਂ ਭਾਬੀ ਨੇ ਉਸ ਨੂੰ ਦੇਖਿਆ ਤਾਂ ਉਹ ਘਬਰਾ ਗਈ। ਮੋਹਨੀ, ਕੀ ਗੱਲ ਹੈ? ਤੁਸੀਂ ਇਸ ਤਰ੍ਹਾਂ ਕਿਉਂ ਬੈਠੇ ਹੋ? ਕੁਝ ਨਹੀਂ ਮੰਮੀ, ਮੈਂ ਤਾਂ ਇਹ ਐਵੇਂ ਹੀ ਬਸ। ਉਸ ਦੇ ਚਿਹਰੇ ਤੇ ਡਰ ਦਿਖਾਈ ਦੇ ਰਿਹਾ ਸੀ ਅਤੇ ਉਸ ਦਾ ਚਿਹਰਾ ਬਿਲਕੁਲ ਸਫੇਦ ਹੋ ਗਿਆ ਸੀ। ਭਾਬੀ ਵੀ ਉਸ ਦਾ ਚਿਹਰਾ ਦੇਖ ਕੇ ਡਰ ਗਈ। ਉਸ ਦਾ ਹੱਥ ਫੜ ਕੇ ਭਾਬੀ ਨੇ ਉਸ ਨੂੰ ਆਪਣੇ ਕੋਲ ਬਿਠਾਇਆ ਅਤੇ ਫਿਰ ਪੁੱਛਿਆ, ਕੀ ਗੱਲ ਹੈ? ਤੁਸੀਂ ਇਸ ਤਰ੍ਹਾਂ ਕਿਉਂ ਡਰ ਰਹੇ ਹੋ? ਕੀ ਤੁਹਾਡਾ ਸਕੂਲ ਵਿੱਚ ਕਿਸੇ ਨਾਲ ਝਗੜਾ ਹੋਇਆ ਹੈ? ਮੋਹਿਨੀ ਨੇ ਕਿਹਾ, ਨਹੀਂ ਤਾਂ ਮੰਮੀ, ਮੈਂ ਕਿਸੇ ਨਾਲ ਕਿਉਂ ਲੜਾਂਗੀ? ਉਸਨੇ ਘਬਰਾਹਟ ਵਿੱਚ ਕਿਹਾ ਅਤੇ ਫਿਰ ਉਹ ਉੱਠ ਕੇ ਅੰਦਰ ਨੂੰ ਭੱਜ ਗਈ। ਭਾਬੀ ਨੂੰ ਸ਼ੱਕ ਸੀ ਕਿ ਉਹ ਉਸ ਨਾਲ ਝੂਠ ਬੋਲ ਰਹੀ ਹੈ, ਪਰ ਫਿਲਹਾਲ ਭਾਬੀ ਨੇ ਕੁਝ ਪੁੱਛਣਾ ਠੀਕ ਨਹੀਂ ਸਮਝਿਆ। ਅਗਲੇ ਦਿਨ ਮੋਹਨੀ ਆਪਣਾ ਕਲਰ ਬੁੱਕ ਲੈ ਕੇ ਚਲੀ ਗਈ। ਭਾਬੀ ਨੇ ਪੁੱਛਿਆ ਕਿ ਉਸ ਦਾ ਪੀਰੀਅਡ ਅੱਜ ਨਹੀਂ ਬਲਕਿ ਸ਼ਨੀਵਾਰ ਨੂੰ ਹੋਵੇਗਾ, ਤਾਂ ਉਸਨੇ ਬਹਾਨਾ ਬਣਾ ਕੇ ਕਿਹਾ ਕਿ ਨਹੀਂ, ਅੱਜ ਦਾ ਵੀ ਪੀਰੀਅਡ ਹੈ, ਅੱਜ ਕਲਰ ਬੁੱਕ ਦੇ ਸੁਧਾਰ ਦਾ ਹੈ। ਭਾਬੀ ਵੀ ਕੁਝ ਨਾ ਬੋਲੀ। ਦੁਪਹਿਰ ਨੂੰ ਜਦੋਂ ਉਹ ਘਰ ਆਏ ਤਾਂ ਉਸ ਦੀ ਵਰਦੀ ਬਹੁਤ ਗੰਦੀ ਹੋ ਗਈ ਸੀ। ਭਾਬੀ ਨੇ ਪੁੱਛਿਆ, ਮੇਰੀ ਬੇਟੀ ਦੀ ਵਰਦੀ ਇੰਨੀ ਗੰਦੀ ਕਿਵੇਂ ਹੋ ਗਈ? ਗੋਡਿਆਂ ਤੇ ਚਿੱਕੜ ਅਤੇ ਚਿਹਰੇ ਤੇ ਮਿੱਟੀ ਦੇਖ ਕੇ ਭਾਬੀ ਨੇ ਪੁੱਛਿਆ ਤਾਂ ਮੋਹਨੀ ਨੇ ਜਵਾਬ ਦਿੱਤਾ ਕਿ ਮੰਮੀ, ਮੈਂ ਖੇਡ ਦੇ ਮੈਦਾਨ ਵਿੱਚ ਖੇਡਦਿਆਂ ਡਿੱਗ ਗਈ ਸੀ। ਭਾਬੀ ਨੇ ਹੱਥ ਬਾਹਾਂ ਫੜ ਕੇ ਪੁੱਛਿਆ, ਮੈਨੂੰ ਦਿਖਾਓ, ਸੱਟ ਤਾਂ ਨਹੀਂ ਲੱਗੀ? ਉਹ ਦੇਖਣ ਲੱਗੀ ਪਰ ਉਹ ਭਾਬੀ ਦਾ ਹੱਥ ਛੱਡ ਕੇ ਫਿਰ ਇੱਕ ਕਮਰੇ ਵਿੱਚ ਭੱਜ ਗਈ। ਇਹ ਤੀਜੀ ਵਾਰ ਸੀ ਜਦੋਂ ਮੋਹਨੀ ਨੇ ਅਜਿਹਾ ਕੀਤਾ ਸੀ। ਭਾਬੀ ਬਹੁਤ ਪਰੇਸ਼ਾਨ ਸੀ। ਸ਼ਾਮ ਨੂੰ ਜਦੋਂ ਭਾਬੀ ਮੋਹਨੀ ਦਾ ਹੋਮਵਰਕ ਕਰਵਾ ਰਹੀ ਸੀ ਤਾਂ ਭਾਬੀ ਨੇ ਡਾਇਰੀ ਤੇ ਇੱਕ ਨੋਟ ਦੇਖਿਆ ਅਤੇ ਮੋਹਨੀ ਨੂੰ ਪੁੱਛਿਆ
कि ये की है पुत्र, तू अज नहा के स्कूल क्यों नहीं गई? तां मोहनी ने कहा, मम्मी मैं नहा के स्कूल गई सी। तां भाभी ने पूछा, फिर ये नोट क्यों लिखिया है? तुहाडी टीचर ने कहा है कि तुहाडे विचों बदबू आउंदी है। वो कहन लगी कि मैनू ये नहीं पता मम्मी। उसने ये गल बड़े गुस्से नाल बैग सुटदियां कही। भाभी ने पहली बार उसका ये गुस्सा देखिया सी। उसनू गुस्सा आउंदा देख के वो बहुत हैरान हुई। भाभी नू सब तो वध परेशानी ये सी कि वो इन्नी सधारण गल ते गुस्से हो रही सी। भाभी ने उसनू फड़ लिया ਅਤੇ ਕਿਹਾ कि इस तरह दुर्व्यवहार क्यों कर रही हो। उसने भाभी तो हथ छुड़ाउंदे कहा कि मम्मी मैनू छड्ड दिओ, पर भाभी ने ना छड्डिया ਅਤੇ ਉਹ ਕਹਿਣ ਲੱਗੀ कि तुसीं माड़ा व्यवहार क्यों कर रहे हो? मैनू दसो कि तुसीं अज तो बाद बुरा व्यवहार करोगे। उसने कहा, तुसीं बुरे हो, तुसीं गंदे मम्मी हो, मैं तुहाडे नाल गल नहीं करनी चाहुंदी। ਇਹ सब बोलते हुए हथ छुड़ा के ਉਹ कमरे विच चली गई ਤੇ भाभी उत्थे सिर फड़ के बैठ गई। भाभी मोहनी दे वतीरे तो बहुत परेशान सी। दिन बदलते गए ਅਤੇ मोहनी ਦਾ व्यवहार भी बदलता गया। ਅਤੇ ਦੂਜੇ ਪਾਸੇ ਸਕੂਲ ਤੋਂ ਰੋਜ਼ਾਨਾ ਕੋਈ ਨੋਟ ਆਉਂਦਾ ਕਿ ਤੁਸੀਂ ਆਪਣੀ ਧੀ ਨੂੰ ਨਹਾਉਣ ਤੋਂ ਬਾਅਦ ਸਕੂਲ ਭੇਜੋ, ਉਸ ਵਿੱਚੋਂ ਬਦਬੂ ਆਉਂਦੀ ਹੈ। ਪਹਿਲਾਂ ਭਾਬੀ ਸੋਚ ਰਹੀ ਸੀ ਕਿ ਸ਼ਾਇਦ ਉਮਰ ਕਾਰਨ ਉਸ ਵਿੱਚ ਤਬਦੀਲੀਆਂ ਆਈਆਂ ਹਨ। ਉਸ ਦਾ ਅਚਾਨਕ ਚਿੜਚਿੜਾਪਨ, ਗੁੱਸਾ, ਸਮੇਂ ਸਿਰ ਨਾ ਖਾਣਾ ਅਤੇ ਹਮੇਸ਼ਾ ਚੁੱਪ ਰਹਿਣਾ, ਸਕੂਲ ਤੋਂ ਵਾਪਸ ਆ ਕੇ ਥੱਕੇ ਹੋਣਾ ਤੇ ਬਹਾਨੇ ਉਸ ਦਾ ਸੌਂ ਜਾਣਾ, ਇਹ ਸਭ ਕੁਝ ਭਾਬੀ ਨੂੰ ਆਮ ਲੱਗਦਾ ਸੀ। ਭਾਬੀ ਨੇ ਉਸ ਦੀ ਵੱਧਦੀ ਉਮਰ ਦਾ ਖਿਆਲ ਰੱਖਿਆ ਅਤੇ ਹਰ ਵਾਰ ਉਸ ਨੂੰ ਨਜ਼ਰ ਅੰਦਾਜ਼ ਕੀਤਾ। ਇੱਕ ਦਿਨ ਉਹ ਸਕੂਲੋਂ ਆਈ ਅਤੇ ਆਉਂਦਿਆਂ ਹੀ ਰਸੋਈ ਵਿੱਚ ਚਲੀ ਗਈ। ਭਾਬੀ ਬਾਹਰ ਖੜੀ ਸੀ, ਕਿਸੇ ਨਾਲ ਗੱਲ ਕਰ ਰਹੀ ਸੀ। ਭਾਬੀ ਨੇ ਉਸ ਨੂੰ ਰਸੋਈ ਛੱਡ ਕੇ ਕਮਰੇ ਵਿੱਚ ਜਾਂਦੇ ਦੇਖਿਆ। ਗੱਲਬਾਤ ਖਤਮ ਕਰਨ ਤੋਂ ਬਾਅਦ ਜਦੋਂ ਭਾਬੀ ਉਸ ਦੇ ਪਿੱਛੇ ਕਮਰੇ ਵਿੱਚ ਗਈ ਤਾਂ ਉਸਨੇ ਜੋ ਦੇਖਿਆ ਉਹ ਹੈਰਾਨ ਰਹਿ ਗਈ। ਉਹ ਜੋ ਵੀ ਕਰ ਰਹੀ ਸੀ, ਭਾਬੀ ਨੂੰ ਲੱਗਦਾ ਸੀ ਜਿਵੇਂ ਉਹ ਆਪਣੇ ਆਪ ਨੂੰ ਕੁਝ ਕਰ ਲਵੇ। ਭਾਬੀ ਨੇ ਅੱਗੇ ਆ ਕੇ ਉਸਦੇ ਹੱਥੋਂ ਚਾਕੂ ਲੈ ਕੇ ਦੂਰ ਸੁੱਟ ਦਿੱਤਾ। ਤੁਸੀਂ ਕੀ ਕਰ ਰਹੇ ਸੀ? ਭਾਬੀ ਨੇ ਫਟੀ ਹੋਈ ਬੈੱਡ ਸ਼ੀਟ ਦੇਖ ਕੇ ਪੁੱਛਿਆ। ਉਸਨੇ ਅੱਖਾਂ ਚੁੱਕ ਕੇ ਮੇਰੀ ਭਾਬੀ ਵੱਲ ਦੇਖਿਆ ਅਤੇ ਕਿਹਾ ਕਿ ਉਹ ਕੁਝ ਨਹੀਂ ਕਰ ਰਹੀ ਸੀ। ਉਸ ਦੀਆਂ ਅੱਖਾਂ ਲਾਲ ਹੁੰਦੀਆਂ ਦੇਖ ਕੇ ਭਾਬੀ ਡਰ ਗਈ ਤੇ ਝੱਟ ਪਿੱਛੇ ਹਟ ਗਈ। ਫਿਰ ਉਹ ਹਿੰਮਤ ਝੁਟਾ ਕੇ ਮੋਹਨੀ ਕੋਲ ਬੈਠ ਗਈ। ਹੁਣ ਜਦੋਂ ਉਸ ਨੇ ਆਲੇ ਦੁਆਲੇ ਦੇਖਿਆ ਤਾਂ ਭਾਬੀ ਨੂੰ ਲੱਗ ਰਿਹਾ ਸੀ ਕਿ ਚਾਰੇ ਪਾਸੇ ਘੰਟੀਆਂ ਵੱਜ ਰਹੀਆਂ ਹਨ। ਭਾਬੀ ਨੂੰ ਕੁਝ ਵੀ ਸਮਝ ਨਹੀਂ ਆ ਰਹੀ ਸੀ। ਭਾਬੀ ਨੇ ਕਿਹਾ, ਮੋਹਨੀ ਬੇਟਾ ਦੱਸ ਕੀ ਗੱਲ ਹੈ? ਤੈਨੂੰ ਕਿਸੇ ਨੇ ਕੁਝ ਕਿਹਾ ਜਾਂ ਸਕੂਲ ਦੇ ਕਿਸੇ ਟੀਚਰ ਨੇ ਤੈਨੂੰ ਝਿੜਕਿਆ? ਗਈ ਜਾਂ ਤੇਰਾ ਟੈਸਟ ਚੰਗਾ ਨਹੀਂ ਹੋਇਆ? ਉਸਨੇ ਕਿਹਾ, ਮੰਮੀ ਤੁਸੀਂ ਜਾ ਕੇ ਆਪਣਾ ਕੰਮ ਕਰੋ, ਮੈਂ ਕੱਪੜੇ ਬਦਲ ਲਵਾਂ। ਉਸਨੇ ਅਜੀਬ ਸ਼ਬਦ ਬੋਲੇ ਅਤੇ ਫਿਰ ਬਾਥਰੂਮ ਦਾ ਦਰਵਾਜ਼ਾ ਬੰਦ ਕਰ ਦਿੱਤਾ। ਭਾਬੀ ਉਸ ਦੇ ਵਤੀਰੇ ਤੇ ਹੈਰਾਨ ਹੋ ਕੇ ਭਾਬੀ ਕਮਰੇ ਵਿੱਚੋਂ ਬਾਹਰ ਆ ਗਈ। ਇਸ ਕੁੜੀ ਦਾ ਕੁਝ ਨਹੀਂ ਹੋ ਸਕਦਾ। ਰੱਬ ਜਾਣੇ ਇਸ ਕੁੜੀ ਨਾਲ ਕੀ ਮਾਮਲਾ ਹੈ। ਆਪਣੇ ਆਪ ਵਿੱਚ ਬੜਬੜਾਉਂਦੇ ਹੋਏ ਭਾਬੀ ਰਸੋਈ ਵਿੱਚ ਚਲੀ ਗਈ। ਪਰ ਅਜਿਹਾ ਕੀ ਹੋਇਆ? ਕੀ ਉਹ ਅਜਿਹਾ ਕਦਮ ਚੁੱਕਣ ਬਾਰੇ ਸੋਚ ਰਹੀ ਸੀ ਜਾਂ ਉਸਨੇ ਜਾਣ-ਬੁੱਝ ਕੇ ਮੈਨੂੰ ਤੰਗ ਕਰਨ ਲਈ ਬੈੱਡਸ਼ੀਟ ਕੱਟ ਦਿੱਤੀ? ਕੰਮ ਤੋਂ ਵਿਹਲਾ ਹੋ ਕੇ ਭਾਬੀ ਆਪਣੀ ਧੀ ਨੂੰ ਪੜ੍ਹਾਉਣ ਬੈਠ ਗਈ। ਅੱਜ ਵੀ ਮੈਂ ਇੱਕ ਨੋਟ ਲਿਖਿਆ ਦੇਖਿਆ ਸੀ, ਤੁਸੀਂ ਕਿਰਪਾ ਕਰਕੇ ਆਪਣੀ ਧੀ ਨੂੰ ਨਹਾ ਕੇ ਸਕੂਲ ਭੇਜਿਆ ਕਰੋ, ਤੁਹਾਡੇ ਬੱਚੇ ਵਿੱਚੋਂ ਬਹੁਤ ਬੁਰੀ ਬਦਬੂ ਆਉਂਦੀ ਹੈ। ਨੋਟ ਪੜ੍ਹ ਕੇ ਭਾਬੀ ਨੇ ਮੋਹਨੀ ਨੂੰ ਪੁੱਛਿਆ, ਮੋਹਨੀ ਅੱਜ ਫਿਰ ਤੁਹਾਡੇ ਸਕੂਲ ਤੋਂ ਨੋਟ ਆਇਆ ਹੈ ਕਿ ਤੁਸੀਂ ਇਸ਼ਨਾਨ ਨਹੀਂ ਕੀਤਾ, ਇਹ ਕੀ ਹੈ? ਇਸ ਗੱਲ ਤੇ ਇੱਕ ਪਲ ਲਈ ਮੋਹਨੀ ਦੇ ਹੱਥ ਕੰਬਣ ਲੱਗੇ। ਉਸਨੇ ਆਪਣੀਆਂ ਅੱਖਾਂ ਇੱਧਰ ਉੱਧਰ ਘੁਮਾਈਆਂ। ਭਾਬੀ ਉਸ ਦੀਆਂ ਸਾਰੀਆਂ ਹਰਕਤਾਂ ਨੂੰ ਧਿਆਨ ਨਾਲ ਦੇਖ ਰਹੀ ਸੀ। ਪੈਨਸਲ ਨੂੰ ਘੁੱਟ ਕੇ ਫੜ ਕੇ ਉਸਨੇ ਪੈਨਸਲ ਨੂੰ ਮੰਜੇ ਤੇ ਜ਼ੋਰ ਨਾਲ ਮਾਰਿਆ। ਭਾਬੀ ਨੇ ਪੁੱਛਿਆ, ਮੋਹਨੀ ਕੀ ਕਰ ਰਹੀ ਹੋ? ਮੈਨੂੰ ਸਿੱਧਾ ਜਵਾਬ ਦਿਓ ਜਾਂ ਮੈਨੂੰ ਕੱਲ ਖੁਦ ਸਕੂਲ ਜਾਣਾ ਪਵੇਗਾ। ਭਾਬੀ ਦੀ ਗੱਲ ਸੁਣ ਕੇ ਉਹ ਡਰ ਗਈ। ਉਸ ਦੀਆਂ ਅੱਖਾਂ ਵਿੱਚ ਅਜੀਬ ਕਿਸਮ ਦਾ ਡਰ ਸੀ। ਡਗਮਗਾਉਂਦੀ ਜੀਭ ਨਾਲ ਉਸਨੇ ਬੜੀ ਮੁਸ਼ਕਲ ਨਾਲ ਕਿਹਾ, ਮੰਮੀ ਮੈਂ ਹਰ ਰੋਜ਼ ਨਹਾ ਕੇ ਜਾਂਦੀ ਹਾਂ। ਉਹ ਜੋ ਕੁਝ ਪਹਿਲਾਂ ਕਹਿੰਦੀ ਸੀ ਉਹ ਅੱਜ ਫਿਰ ਦੁਹਰਾਇਆ। ਤਾਂ ਫਿਰ ਇਹ ਨੋਟ ਕਿਉਂ ਆਇਆ? ਸਕੂਲ ਤੋਂ ਉਹ ਸਧਾਰਨ ਹੋ ਗਈ ਅਤੇ ਨੱਕ ਚੜਾ ਕੇ ਕਿਹਾ ਕਿ ਉਹ ਨਹੀਂ ਜਾਣਦੀ। ਉਸਨੇ ਆਪਣਾ ਵਿਵਹਾਰ ਨਾਰਮਲ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ। ਜਦੋਂ ਭਾਬੀ ਕੁਝ ਪੁੱਛ ਰਹੀ ਸੀ ਤਾਂ ਉਸ ਦਾ ਫੋਨ ਵੱਜਣ ਲੱਗਾ। ਉਸ ਨੂੰ ਹੋਮਵਰਕ ਬਾਰੇ ਦੱਸਿਆ ਤੇ ਫੋਨ ਸੁਣਨ ਲਈ ਚਲੀ ਗਈ। ਅਤੇ ਜਦੋਂ ਉਸਨੇ ਦੇਖਿਆ ਕਿ ਮੰਮੀ ਫੋਨ ਤੇ ਰੁੱਝੀ ਹੋਈ ਹੈ ਤਾਂ ਉਹ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਗੱਲਾਂ ਕਰਦਿਆਂ ਭਾਬੀ ਭੁੱਲ ਗਈ ਕਿ ਉਸ ਨੇ ਮੋਹਨੀ ਨਾਲ ਜ਼ਰੂਰੀ ਗੱਲ ਕਰਨੀ ਸੀ। ਅਗਲੇ ਦਿਨ ਉਹ ਚੁੱਪਚਾਪ ਜਾਗ ਪਈ, ਬਿਨਾਂ ਦੱਸੇ ਨਹਾ ਕੇ ਸਕੂਲ ਚਲੀ ਗਈ। ਭਾਬੀ ਨੇ ਸੋਚਿਆ ਕਿ ਇਹ ਉਸਦੀ ਸਖਤੀ ਦਾ ਅਸਰ ਹੈ
ਪਰ ਇਹ ਖਿਆਲ ਵੀ ਉਸਦੀ ਸੋਚ ਹੀ ਸੀ। ਜੋ ਹੋਣਾ ਸੀ ਉਹ ਹੋ ਗਿਆ, ਜੋ ਹੋ ਰਿਹਾ ਸੀ ਉਹ ਵੀ ਹੋ ਰਿਹਾ ਸੀ, ਤੇ ਸ਼ਾਇਦ ਭਾਬੀ ਵੀ ਗਲਤ ਸੋਚ ਰਹੀ ਸੀ। ਦੁਪਹਿਰ ਨੂੰ ਜਦੋਂ ਮੋਹਨੀ ਘਰ ਪਰਤੀ ਤਾਂ ਉਸ ਦਾ ਚਿਹਰਾ ਪੂਰੀ ਤਰ੍ਹਾਂ ਲਾਲ ਸੀ। ਅੱਜ ਫੇਰ ਉਸਦੀ ਵਰਦੀ ਮੈਲੀ ਸੀ, ਪਰ ਅੱਜ ਚਿੱਕੜ ਦੀ ਥਾਂ ਵਰਦੀ ਤੇ ਕੁਝ ਹੋਰ ਲੱਗਿਆ ਹੋਇਆ ਸੀ। ਭਾਬੀ ਨੇ ਮੋਹਨੀ ਨੂੰ ਦੇਖਿਆ ਅਤੇ ਚੀਕੀ, ਇਹ ਕੀ ਹੈ? ਹੁਣ ਇਹ ਦਾਗ ਕਿਵੇਂ ਦੂਰ ਹੋਣਗੇ? ਮੈਨੂੰ ਤੁਹਾਡੇ ਨਾਲ ਕੀ ਕਰਨਾ ਚਾਹੀਦਾ ਹੈ? ਤੁਸੀਂ ਸਮਝਦੇ ਕਿਉਂ ਨਹੀਂ? ਉਸ ਦੀਆਂ ਡਰੀਆਂ ਹੋਈਆਂ ਅੱਖਾਂ ਨੂੰ ਨਜ਼ਰ ਅੰਦਾਜ਼ ਕਰਕੇ ਭਾਬੀ ਬਸ ਬੋਲਦੀ ਰਹੀ। ਜਦੋਂ ਭਾਬੀ ਬੋਲ ਕੇ ਥੱਕ ਗਈ ਤੇ ਫਿਰ ਚੁੱਪ ਹੋ ਗਈ ਤਾਂ ਮੋਹਨੀ ਡਰੀਆਂ ਨਜ਼ਰਾਂ ਨਾਲ ਉਸ ਵੱਲ ਦੇਖਦੀ ਕਮਰੇ ਦੇ ਅੰਦਰ ਚਲੀ ਗਈ। ਭਾਬੀ ਉਸ ਨੂੰ ਜਾਂਦਾ ਦੇਖ ਰਹੀ ਸੀ, ਜਾਂ ਤਾਂ ਕਮਰੇ ਵਿੱਚ ਆਪਣੇ ਆਪ ਤੋਂ ਦੂਰ ਜਾਂ ਹਰ ਚੀਜ਼ ਤੋਂ ਦੂਰ, ਹਾਸੇ ਤੋਂ ਦੂਰ, ਖੁਸ਼ੀ ਤੋਂ ਦੂਰ। ਖੈਰ ਇਹ ਸਭ ਤਾਂ ਸਮੇਂ ਉੱਪਰ ਸੀ। ਜਦੋਂ ਭਾਬੀ ਵੀ ਉਸਦੇ ਪਿੱਛੇ ਕਮਰੇ ਵਿੱਚ ਗਈ ਤਾਂ ਕਮਰੇ ਵਿੱਚੋਂ ਪਾਣੀ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ। ਯਕੀਨਨ ਉਹ ਇਸ਼ਨਾਨ ਕਰ ਰਹੀ ਸੀ। ਭਾਬੀ ਉੱਥੇ ਹੀ ਬੈਠੀ ਰਹੀ। ਕੁਝ ਦੇਰ ਬਾਅਦ ਮੋਹਨੀ ਸਾਫ਼ ਸੁਥਰੇ ਕੱਪੜੇ ਪਾ ਕੇ ਵਾਸ਼ਰੂਮ ਵਿੱਚੋਂ ਬਾਹਰ ਆ ਗਈ, ਪਰ ਉਸ ਨੇ ਭਾਬੀ ਤੋਂ ਅੱਖਾਂ ਫੇਰ ਲਈਆਂ। ਸ਼ਾਇਦ ਉਹ ਗੁੱਸੇ ਵਿੱਚ ਸੀ। ਭਾਬੀ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਜੱਫੀ ਪਾ ਲਈ। ਉਸ ਨੂੰ ਛਾਤੀ ਨਾਲ ਲਾ ਕੇ ਭਾਬੀ ਬਹੁਤ ਦੇਰ ਤੱਕ ਉਸ ਦੀ ਪਿੱਠ ਤੇ ਹੱਥ ਮਾਰਦੀ ਰਹੀ, ਪਰ ਉਹ ਨਹੀਂ ਰੋਈ। ਪਰ ਭਾਬੀ ਰੋ ਪਈ। ਜਦੋਂ ਬੱਚਾ ਦੂਰ ਜਾਣ ਲੱਗਦਾ ਹੈ ਤਾਂ ਮਾਂ ਨੂੰ ਦਰਦ ਮਹਿਸੂਸ ਹੁੰਦਾ ਹੈ। ਭਾਬੀ ਨੂੰ ਵੀ ਇਹ ਸਮਿਆਂ ਮਹਿਸੂਸ ਹੋਈ। ਭਾਬੀ ਉਸ ਨੂੰ ਕੁਝ ਪੁੱਛਣ ਦੀ ਬਜਾਏ ਆਪਣੇ ਨਾਲ ਖਾਣੇ ਦੇ ਮੇਜ਼ ਤੇ ਲੈ ਗਈ। ਉਸ ਨੂੰ ਖਾਣਾ ਖਵਾਇਆ ਅਤੇ ਟਿਊਸ਼ਨ ਲਈ ਭੇਜ ਦਿੱਤਾ। ਭਾਬੀ ਸੱਚਮੁੱਚ ਬਹੁਤ ਉਲਝਣ ਵਿੱਚ ਸੀ। ਭਾਬੀ ਸ਼ਾਮ ਤੱਕ ਉਸ ਦੀ ਉਡੀਕ ਕਰਦੀ ਰਹੀ। ਸ਼ਾਮ ਨੂੰ ਜਦੋਂ ਉਹ ਵਾਪਸ ਆਈ ਤੇ ਖੁਦ ਸਕੂਲ ਬੈਗ ਲੈ ਕੇ ਬੈਠ ਗਈ ਤਾਂ ਭਾਬੀ ਨੇ ਵੀ ਰੱਬ ਦਾ ਸ਼ੁਕਰਾਨਾ ਕੀਤਾ ਕਿ ਅੱਜ ਉਸ ਨੂੰ ਆਪਣੀ ਧੀ ਨੂੰ ਕਹਿਣ ਦੀ ਲੋੜ ਨਹੀਂ ਪਈ। ਉਹ ਖੁਦ ਪੜ੍ਹ ਰਹੀ ਸੀ। ਕੰਮ ਤੋਂ ਵਿਹਲੀ ਹੋ ਕੇ ਭਾਬੀ ਵੀ ਉਸ ਦੇ ਕੋਲ ਬੈਠ ਗਈ। ਉਹ ਚੁੱਪਚਾਪ ਆਪਣਾ ਕੰਮ ਕਰਦੀ ਰਹੀ। ਭਾਬੀ ਉਸ ਵੱਲ ਦੇਖਦੀ ਰਹੀ। ਜਦੋਂ ਮੈਂ ਡਾਇਰੀ ਖੋਲੀ ਤਾਂ ਨੋਟ ਉੱਥੇ ਹੀ ਸੀ। ਭਾਬੀ ਨੇ ਮੋਹਨੀ ਵੱਲ ਦੇਖਿਆ। ਮੋਹਨੀ ਭਾਬੀ ਵੱਲ ਦੇਖ ਰਹੀ ਸੀ। ਕਦੇ ਉਹ ਡਾਇਰੀ ਵੱਲ। ਮੋਹਨੀ ਨੇ ਸੋਚਿਆ ਕਿ ਸ਼ਾਇਦ ਉਹ ਅੱਜ ਫਿਰ ਉਹੀ ਸਵਾਲ ਪੁੱਛੇਗੀ। ਰੋਜ਼ ਦੀ ਤਰ੍ਹਾਂ ਅੱਜ ਫਿਰ ਭਾਬੀ ਉਸ ਨੂੰ ਝਿੜਕੇਗੀ। ਉਸ ਦੇ ਚਿਹਰੇ ਦਾ ਰੰਗ ਹੌਲੀ-ਹੌਲੀ ਬਦਲ ਰਿਹਾ ਸੀ। ਹੌਲੀ-ਹੌਲੀ ਉਸ ਦਾ ਚਿਹਰਾ ਚਿੱਟਾ ਹੋਣ ਲੱਗਾ। ਉਹ ਪੈਨਸਲ ਨੂੰ ਘੁੱਟ ਕੇ ਫੜੀ ਬੈਠੀ ਸੀ। ਕਦੇ ਕਿਤਾਬ ਖੋਲ ਰਹੀ ਸੀ ਤੇ ਕਦੇ ਬੰਦ ਕਰ ਰਹੀ ਸੀ। ਸ਼ਾਇਦ ਉਹ ਅੱਜ ਕੁਝ ਨਵਾਂ ਕਹਿਣਾ ਚਾਹੁੰਦੀ ਸੀ। ਭਾਬੀ ਨੇ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਨਾਰਮਲ ਕੀਤਾ ਤੇ ਫਿਰ ਅੱਖਾਂ ਖੋਲ ਕੇ ਉਸ ਵੱਲ ਦੇਖਿਆ ਤਾਂ ਉਹ ਅਜੇ ਵੀ ਉਸੇ ਤਰ੍ਹਾਂ ਹੀ ਬੈਠੀ ਸੀ। ਭਾਬੀ ਹੈਰਾਨ ਸੀ ਕਿ ਅੱਜ ਤਾਂ ਉਸ ਨੇ ਇਸ਼ਨਾਨ ਕਰ ਲਿਆ ਸੀ। ਫਿਰ ਇਹ ਨੋਟ ਲਿਖਣ ਦੀ ਕੀ ਲੋੜ ਸੀ? ਆਖਰ ਇਹ ਸਭ ਕੀ ਸੀ? ਭਾਬੀ ਨੇ ਕਿਹਾ, ਮੋਹਨੀ ਕੰਮ ਹੋ ਗਿਆ। ਭਾਬੀ ਇਸ ਤੋਂ ਪਹਿਲਾਂ ਕੁਝ ਹੋਰ ਕਹਿੰਦੀ। ਉਹ ਅਚਾਨਕ ਡਰ ਕੇ ਪਿੱਛੇ ਹਟਣ ਲੱਗੀ। ਭਾਬੀ ਉਸ ਵੱਲ ਘੂਰ ਕੇ ਦੇਖਦੀ ਰਹੀ। ਕੀ ਹੋਇਆ ਮੋਹਨੀ? ਮੇਰੀ ਬੇਟੀ, ਆਰਾਮ ਨਾਲ ਬੈਠੋ, ਮੈਂ ਕੁਝ ਨਹੀਂ ਕਹਿ ਰਹੀ। ਭਾਬੀ ਨੂੰ ਆਪਣੀ ਜਗ੍ਹਾ ਤੇ ਬੈਠਾ ਦੇਖ ਕੇ ਉਸ ਨੂੰ ਥੋੜੀ ਰਾਹਤ ਪਹੁੰਚੀ, ਪਰ ਉਸ ਦਾ ਰੰਗ ਅਜੇ ਵੀ ਪੀਲਾ ਸੀ। ਭਾਬੀ ਨੇ ਪਿਆਰ ਨਾਲ ਪੁੱਛਿਆ ਕਿ ਕੀ ਮੇਰੇ ਬੱਚੇ ਨੇ ਸਕੂਲ ਦਾ ਕੰਮ ਖਤਮ ਕਰ ਲਿਆ ਹੈ? ਤਾਂ ਉਸ ਨੇ ਕਿਹਾ, ਜੀ ਮੰਮੀ, ਹੋ ਗਿਆ। ਉਸ ਨੇ ਧੀਮੀ ਆਵਾਜ਼ ਵਿੱਚ ਕਿਹਾ। ਭਾਬੀ ਨੇ ਕਿਹਾ, ਠੀਕ ਹੈ, ਬੈਗ ਚੁੱਕ ਕੇ ਅੰਦਰ ਲੈ ਜਾਓ, ਫਿਰ ਰਾਤ ਦਾ ਖਾਣਾ ਖਾਂਦੇ ਹਾਂ। ਭਾਬੀ ਨੇ ਉਸ ਗੱਲ ਤੇ ਹੱਥ ਮਾਰਦਿਆਂ ਕਿਹਾ ਤੇ ਫਿਰ ਉਹ ਆਪ ਉੱਠ ਕੇ ਰਸੋਈ ਵਿੱਚ ਆ ਗਈ। ਇਸੇ ਸਮੇਂ ਬਾਹਰ ਘੰਟੀ ਵੱਜੀ ਅਤੇ ਭਾਬੀ ਨੇ ਕਿਹਾ, ਮੋਹਨੀ ਦਰਵਾਜ਼ਾ ਖੋਲ, ਕੌਣ ਹੈ? ਭਾਬੀ ਨੇ ਰਸੋਈ ਵਿੱਚ ਖੜ ਕੇ ਬੁਲਾਇਆ, ਪਰ ਉਹ ਨਾ ਆਈ ਤਾਂ ਭਾਬੀ ਨੇ ਬਾਹਰ ਆ ਕੇ ਉਸ ਵੱਲ ਸਖਤ ਨਜ਼ਰਾਂ ਨਾਲ ਦੇਖਿਆ। ਉਸ ਨੂੰ ਸਖਤੀ ਨਾਲ ਕਿਹਾ ਕਿ ਮੈਂ ਉਸ ਨੂੰ ਇੰਨੇ ਸਮੇਂ ਤੋਂ ਦਰਵਾਜ਼ਾ ਖੋਲ੍ਹਣ ਲਈ ਕਹਿ ਰਹੀ ਹਾਂ। ਉਹ ਉਸ ਨੂੰ ਝਿੜਕ ਕੇ ਦਰਵਾਜ਼ਾ ਖੋਲ੍ਹਣ ਲਈ ਚਲੀ ਗਈ। ਜਦੋਂ ਭਾਬੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਭਰਾ ਖੜਾ ਸੀ। ਭਾਬੀ ਨੇ ਉਸ ਨੂੰ ਕਿਹਾ, ਤੁਸੀਂ? ਅਚਾਨਕ ਮੁਸਕਰਾਉਂਦੇ ਹੋਏ ਪੁੱਛਿਆ ਤਾਂ ਭਰਾ ਨੇ ਹੱਸ ਕੇ ਕਿਹਾ ਕਿ ਹਾਂ, ਮੈਂ ਸੋਚਿਆ ਕਿ ਜਦੋਂ ਹੁਣ ਮੈਂ ਛੁੱਟੀ ਮਿਲੀ ਹੈ ਤਾਂ ਮੈਂ ਆਪਣੀ ਪਤਨੀ ਅਤੇ ਬੇਟੀ ਨੂੰ ਮਿਲ ਆਵਾਂ। ਭਾਬੀ ਨੇ ਬਾਹਰ ਖੜੀ ਹੋ ਕੇ ਆਵਾਜ਼ ਮਾਰੀ, ਮੋਹਨੀ ਦੇਖੋ ਕੌਣ ਬਾਹਰ ਆਇਆ ਹੈ, ਅਤੇ ਪਤੀ ਤੋਂ ਸਮਾਨ ਲੈ ਕੇ ਮੰਜੇ ਤੇ ਰੱਖ ਦਿੱਤਾ ਹੈ। ਫਿਰ ਭਾਬੀ ਨੇ ਮੋਹਨੀ ਨੂੰ ਬੁਲਾਇਆ, ਪਰ ਉਹ ਨਾ ਆਈ ਤਾਂ ਭਰਾ ਨੇ ਕਿਹਾ, ਛੱਡੋ, ਮੈਂ ਆਪ ਚਲਾ ਜਾਂਦਾ ਹਾਂ ਅਤੇ ਕਾਰਟੂਨ ਦੇਖ ਰਹੀ ਹੋਵੇਗੀ, ਤੇ ਉਹ ਆਪ ਅੰਦਰ ਚਲਾ ਗਿਆ। ਭਾਬੀ ਵੀ ਉਸ ਦੇ ਪਿੱਛੇ ਪਿੱਛੇ ਅੰਦਰ ਗਈ। ਜਦੋਂ ਉਹ ਕਮਰੇ ਦੇ ਅੰਦਰ ਗਈ ਤਾਂ ਉਹ ਆਪਣੇ ਪਿਤਾ ਨੂੰ ਚਿੰਬੜੀ ਹੋਈ ਸੀ ਅਤੇ ਧੀਮੀ ਆਵਾਜ਼ ਵਿੱਚ ਜਵਾਬ ਦੇ ਰਹੀ ਸੀ। ਜਦੋਂ ਭਰਾ ਨੇ ਮੋਹਨੀ ਦੇ ਮੂਡ ਬਾਰੇ ਭਾਬੀ ਨੂੰ ਇਸ਼ਾਰਾ ਕੀਤਾ ਤਾਂ ਭਾਬੀ ਨੇ ਕਿਹਾ ਕਿ ਮੈਂ ਤਾਂ ਉਸ ਨੂੰ
ਝੜਕਿਆ ਹੈ, ਇਸੇ ਲਈ ਅੱਜ ਉਹ ਮੂੰਹ ਲਟਕਾ ਕੇ ਬੈਠੀ ਹੈ। ਭਰਾ ਨੇ ਭਰਜਾਈ ਵੱਲ ਗੁੱਸੇ ਨਾਲ ਦੇਖਿਆ। ਭਾਬੀ ਨਜ਼ਰਾਂ ਚੁਰਾਉਂਦੀ ਰਸੋਈ ਵਿੱਚ ਚਲੀ ਗਈ। ਭਰਾ ਮੋਹਨੀ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਭਾਈ ਹਰ ਥਾਂ ਦਾ ਨਾਮ ਲੈ ਰਿਹਾ ਸੀ, ਹਰ ਚੀਜ਼ ਦਾ ਨਾਮ ਲੈ ਰਿਹਾ ਸੀ ਜੋ ਮੋਹਨੀ ਨੂੰ ਪਸੰਦ ਆਵੇ। ਭਾਬੀ ਸੁਣ ਰਹੀ ਸੀ ਕਿ ਉਹ ਹਰ ਗੱਲ ਦਾ ਜਵਾਬ ਨਾ ਵਿੱਚ ਦੇ ਰਹੀ ਸੀ। ਕੁਝ ਸਮੇਂ ਬਾਅਦ ਭਰਾ ਉਸ ਦੇ ਨਾਲ ਬਾਹਰ ਆਇਆ ਅਤੇ ਉਸ ਨੂੰ ਕੁਰਸੀ ਤੇ ਬਿਠਾ ਦਿੱਤਾ। ਖਾਣਾ ਤਿਆਰ ਸੀ। ਖਾਣਾ ਬਹੁਤ ਚੁੱਪਚਾਪ ਖਾਧਾ। ਖਾਣਾ ਖਾਣ ਦੌਰਾਨ ਬੋਲਣ ਵਾਲੀ ਮੋਹਨੀ ਬਹੁਤ ਚੁੱਪਚਾਪ ਬੈਠ ਕੇ ਖਾਣਾ ਖਾ ਰਹੀ ਸੀ। ਭਾਬੀ ਨੂੰ ਇਸ ਗੱਲ ਦੀ ਆਦਤ ਪੈ ਗਈ ਸੀ, ਇਸੇ ਲਈ ਉਹ ਚੁੱਪਚਾਪ ਬੈਠ ਕੇ ਖਾਣਾ ਖਾ ਰਹੀ ਸੀ। ਪਰ ਭਰਾ ਸਾਰਾ ਸਮਾਂ ਮੋਹਨੀ ਵੱਲ ਦੇਖਦਾ ਰਿਹਾ। ਜਦੋਂ ਰਾਤ ਹੋਈ ਤਾਂ ਭਾਬੀ ਮੋਹਨੀ ਦੇ ਸੌਣ ਤੋਂ ਬਾਅਦ ਬਾਹਰ ਆ ਕੇ ਵਿਹੜੇ ਵਿੱਚ ਬੈਠ ਗਈ ਅਤੇ ਭਰਾ ਵੀ ਉੱਥੇ ਬੈਠਾ ਡੂੰਘੀ ਸੋਚ ਵਿੱਚ ਡੁੱਬਿਆ ਜਾਪਦਾ ਸੀ। ਜਦੋਂ ਭਾਬੀ ਬੈਠੀ ਤਾਂ ਪੁੱਛਿਆ, ਕੀ ਸੋਚ ਰਹੇ ਹੋ? ਭਾਬੀ ਨੇ ਭਰਾ ਦੇ ਮੂੰਹ ਵੱਲ ਦੇਖਦਿਆਂ ਪੁੱਛਿਆ। ਉਸਨੇ ਕਿਹਾ ਕਿ ਤੁਸੀਂ ਮੋਹਨੀ ਨੂੰ ਦੇਖਿਆ ਹੈ, ਉਹ ਬਹੁਤ ਬਦਲੀ ਹੋਈ ਨਜ਼ਰ ਆ ਰਹੀ ਹੈ। ਚੁੱਪ ਚਪੀਤੀ ਹਰ ਗੱਲ ਤੋਂ ਦੂਰ ਭਾਬੀ ਨੇ ਕਿਹਾ ਕਿ ਤੁਸੀਂ ਤਾਂ ਉਵੇਂ ਹੀ ਫਿਕਰਮੰਦ ਹੋ ਰਹੀ ਹੋ। ਦਰਅਸਲ ਜਿਵੇਂ ਜਿਵੇਂ ਉਹ ਵੱਡੀ ਹੋ ਰਹੀ ਹੈ, ਉਸ ਦੇ ਅੰਦਰ ਕੁਝ ਬਦਲਾਅ ਆ ਰਹੇ ਹਨ ਜੋ ਅਸੀਂ ਮਹਿਸੂਸ ਕਰ ਰਹੇ ਹਾਂ। ਭਾਬੀ ਨੇ ਭਰਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸੰਤੁਸ਼ਟ ਨਾ ਹੋਏ। ਭਰਾ ਨੇ ਕਿਹਾ, ਸਰੋਜ ਤੂੰ ਉਸ ਨਾਲ ਗੱਲ ਕਰ, ਜੇ ਉਸ ਨੂੰ ਕੋਈ ਪ੍ਰੋਬਲਮ ਹੈ ਤਾਂ ਸਾਨੂੰ ਦੱਸੋ। ਭਾਬੀ ਨੇ ਕਿਹਾ ਕਿ ਠੀਕ ਹੈ, ਮੈਂ ਪੁੱਛ ਲਵਾਂਗੀ। ਭਾਬੀ ਨੇ ਭਰਾ ਨੂੰ ਦਿਲਾਸਾ ਦਿੰਦੇ ਹੋਏ ਇਹ ਕਿਹਾ, ਪਰ ਅਸਲ ਵਿੱਚ ਉਹ ਖੁਦ ਅੰਦਰੋਂ ਬਹੁਤ ਪਰੇਸ਼ਾਨ ਸੀ। ਮਾਹੌਲ ਨੂੰ ਸ਼ਾਂਤ ਕਰਨ ਲਈ ਭਾਬੀ ਨੇ ਉਸ ਨਾਲ ਇੱਧਰ ਉੱਧਰ ਗੱਲ ਸ਼ੁਰੂ ਕੀਤੀ। ਉਸ ਨੇ ਸਵੇਰੇ ਦੁਬਾਰਾ ਡਿਊਟੀ ਤੇ ਜਾਣਾ ਸੀ। ਸਵੇਰ ਹੁੰਦਿਆਂ ਹੀ ਭਰਾ ਦੁਬਾਰਾ ਡਿਊਟੀ ਤੇ ਚਲਾ ਗਿਆ ਅਤੇ ਭਾਬੀ ਰੋਜ਼ਾਨਾ ਵਾਂਗ ਕੰਮ 'ਚ ਰੁੱਝ ਗਈ। ਮੇਰੀ ਧੀ ਨੂੰ ਸਕੂਲ ਭੇਜ ਦਿੱਤਾ ਤੇ ਬਾਕੀ ਸਾਰੇ ਕੰਮ ਮੁਕਾ ਦਿੱਤੇ। ਫਿਰ ਜਦੋਂ ਉਹ ਸਕੂਲ ਤੋਂ ਵਾਪਸ ਆਈ ਤਾਂ ਉਸ ਦੀ ਵਰਦੀ ਤੇ ਦਾਗ ਸਨ। ਭਾਬੀ ਨੇ ਉਸ ਵੱਲ ਦੇਖਿਆ ਅਤੇ ਕਿਹਾ, ਤੁਸੀਂ ਕੱਪੜੇ ਬਦਲੋ, ਮੈਂ ਖਾਣਾ ਬਣਾਵਾਂਗੀ। ਭਾਬੀ ਨੇ ਬੜੇ ਪਿਆਰ ਨਾਲ ਕਿਹਾ। ਭਾਬੀ ਨੇ ਫੈਸਲਾ ਕਰ ਲਿਆ ਹੈ ਕਿ ਹੁਣ ਉਹ ਮੋਹਨੀ ਨੂੰ ਪਿਆਰ ਨਾਲ ਸੰਭਾਲੇਗੀ ਤਾਂ ਜੋ ਉਹ ਖੁਦ ਉਹਨਾਂ ਨੂੰ ਸੱਚ ਦੱਸ ਸਕੇ। ਕੁਝ ਦਿਨ ਬੀਤ ਗਏ ਅਤੇ ਵਰਦੀ ਗੰਦੀ ਹੋਣ ਦਾ ਸਿਲਸਿਲਾ ਜਾਰੀ ਰਿਹਾ ਅਤੇ ਭਰਜਾਈ ਚੁੱਪ ਰਹੀ ਕਿਉਂਕਿ ਉਹ ਆਪਣੀ ਧੀ ਨੂੰ ਹੋਰ ਡਰਾਉਣਾ ਨਹੀਂ ਚਾਹੁੰਦੀ ਸੀ। ਭਾਬੀ ਚਾਹੁੰਦੀ ਸੀ ਕਿ ਉਹ ਪਹਿਲਾਂ ਵਾਂਗ ਸਧਾਰਨ ਹੋ ਜਾਵੇ। ਸਭ ਨੇ ਮੋਹਨੀ ਨਾਲ ਬਹੁਤ ਚੰਗਾ ਵਿਹਾਰ ਕੀਤਾ। ਉਹ ਵੀ ਬਹੁਤ ਚੰਗੀ ਸੀ। ਅਕਸਰ ਅਧਿਆਪਕ ਆਪ ਹੀ ਉਸ ਦੀ ਮਦਦ ਕਰਦੇ ਸਨ। ਅਸਾਈਨਮੈਂਟ ਬਣਾਉਣ ਵਿੱਚ ਮੈਂ ਅਕਸਰ ਸੁਣਿਆ ਹੈ ਕਿ ਅਧਿਆਪਕ ਇਸ ਨੂੰ ਬਹੁਤ ਧਿਆਨ ਨਾਲ ਪੜ੍ਹਾਉਂਦੇ ਸਨ। ਇੱਕ ਦਿਨ ਭਾਬੀ ਨੇ ਸੋਚਿਆ ਕਿ ਹੁਣ ਮੈਂ ਆਪਣੀ ਧੀ ਨਾਲ ਆਪ ਹੀ ਗੱਲ ਕਰਾਂਗੀ। ਉਸ ਦੇ ਘਰ ਆਉਣ ਦੀ ਉਡੀਕ ਕੀਤੀ। ਦੁਪਹਿਰ ਨੂੰ ਜਦੋਂ ਉਹ ਘਰ ਆਈ ਤਾਂ ਭਾਬੀ ਨੇ ਉਸ ਨੂੰ ਖਾਣਾ ਖਵਾਇਆ ਅਤੇ ਖਾਣਾ ਖਾਣ ਤੋਂ ਬਾਅਦ ਉਹ ਉਸ ਨੂੰ ਕਮਰੇ ਵਿੱਚ ਲੈ ਆਈ ਅਤੇ ਉਸ ਨੂੰ ਸਾਹਮਣੇ ਬਿਠਾ ਕੇ ਪੁੱਛਿਆ, ਧੀ ਦੱਸੋ ਕੀ ਗੱਲ ਹੈ? ਤੁਸੀਂ ਇੰਨੇ ਡਰੇ ਹੋਏ ਕਿਉਂ ਰਹਿੰਦੇ ਹੋ? ਮੈਂ ਵਾਅਦਾ ਕਰਦੀ ਹਾਂ ਕਿ ਮੈਂ ਕੁਝ ਨਹੀਂ ਕਰਾਂਗੀ। ਆਪਣੀ ਧੀ ਦੇ ਹਾਲਤ ਦੇਖ ਕੇ ਭਾਬੀ ਬੋਲੀ। ਉਹ ਕੁਝ ਦੇਰ ਭਾਬੀ ਵੱਲ ਦੇਖਦੀ ਰਹੀ ਤੇ ਫਿਰ ਉਹ ਬੋਲਣ ਲੱਗੀ। ਜਿਉਂ-ਜਿਉਂ ਉਹ ਬੋਲਦੀ ਰਹੀ ਭਾਬੀ ਹੈਰਾਨ ਹੋ ਗਈ। ਗੱਲ ਮੁੱਕ ਗਈ ਤਾਂ ਭਾਬੀ ਉਸ ਵੱਲ ਦੇਖਦੀ ਰਹੀ। ਉਹ ਵੀ ਸਿਰ ਝੁਕਾ ਕੇ ਬੈਠੀ ਰਹੀ। ਫਿਰ ਇੱਕਦਮ ਭਾਬੀ ਨੂੰ ਗੁੱਸਾ ਆ ਗਿਆ ਤੇ ਉਹ ਭੜਕ ਉੱਠੀ ਤੇ ਉਸ ਨੂੰ ਜ਼ੋਰਦਾਰ ਥੱਪੜ ਮਾਰਦੇ ਹੋਏ ਕਿਹਾ, ਕੀ ਬਕਵਾਸ ਕਰ ਰਹੇ ਹੋ? ਤੈਨੂੰ ਪਤਾ ਵੀ ਹੈ ਕਿ ਤੂੰ ਕੀ ਕਰ ਰਹੀ ਹੈ? ਤੇਰਾ ਦਿਮਾਗ ਕਿੱਥੇ ਹੈ? ਉਹ ਆਪਣੇ ਗੱਲਾਂ ਤੇ ਹੱਥ ਰੱਖ ਕੇ ਰੋਂਦੀ ਭਾਬੀ ਨੂੰ ਦੇਖਦੀ ਰਹੀ। ਭਾਬੀ ਬੋਲਦੀ ਰਹੀ। ਉਹ ਉਸ ਨੂੰ ਇੱਕ ਵਾਰ ਹੋਰ ਥੱਪੜ ਮਾਰਨਾ ਬਰਦਾਸ਼ਤ ਨਹੀਂ ਕਰ ਸਕਦੀ ਸੀ। ਸਾਵਧਾਨ ਜੇ ਆਵਾਜ਼ ਨਿਕਲੀ। ਉਸ ਨੂੰ ਹਿਚਕੀ ਨਾਲ ਰੋਂਦਾ ਦੇਖ ਭਾਬੀ ਨੇ ਫੈਸਲਾ ਕੀਤਾ ਸੀ ਕਿ ਉਹ ਆਪ ਜਾ ਕੇ ਦੇਖਣਗੇ ਕਿ ਮਾਮਲਾ ਕੀ ਹੈ। ਉਹ ਵੀ ਬੁਰੀ ਤਰ੍ਹਾਂ ਝੂਠ ਬੋਲਣ ਲੱਗੀ ਸੀ। ਇਸੇ ਲਈ ਭਾਬੀ ਨੇ ਅਗਲੇ ਦਿਨ ਜਲਦੀ ਕੰਮ ਨਿਬੇੜ ਲਿਆ ਤਾਂ ਜੋ ਮੈਂ ਅੱਜ ਜਲਦੀ ਜਾ ਕੇ ਇਹ ਨੋਟ ਵਾਲਾ ਮਾਮਲਾ ਸੁਲਝਾ ਲਵਾਂ। ਇਸ ਲਈ ਉਹ ਜਲਦੀ ਸਕੂਲ ਵੱਲ ਤੁਰ ਪਈ। ਸਕੂਲ ਪਹੁੰਚ ਕੇ ਉਹ ਸਿੱਧਾ ਮੋਹਨੀ ਦੀ ਕਲਾਸ ਵਿੱਚ ਗਈ ਪਰ ਉਹ ਉੱਥੇ ਨਹੀਂ ਸੀ। ਉਸ ਦੇ ਜਮਾਤੀ ਨੇ ਦੱਸਿਆ ਕਿ ਉਹ ਉਸ ਜਮਾਤ ਵਿੱਚ ਹੈ। ਅਧਿਆਪਕ ਦੇ ਨਾਲ ਅਤੇ ਬਿਨਾਂ ਖੜਕਾਏ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਜਦੋਂ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੀਆਂ ਅੱਖਾਂ ਦੇ ਸਾਹਮਣੇ ਜੋ ਦ੍ਰਿਸ਼ ਸੀ ਉਸ ਨੇ ਉਸ ਨੂੰ ਹਿਲਾ ਕੇ ਰੱਖ ਦਿੱਤਾ, ਜਿਵੇਂ ਸਾਰਾ ਅਸਮਾਨ ਭਾਬੀ ਦੇ ਸਿਰ ਤੇ ਆ ਡਿੱਗਿਆ ਹੋਵੇ। ਉਹ ਅਧਿਆਪਕ ਮੋਹਨੀ ਨਾਲ ਗਲਤ ਕੰਮ ਕਰ ਰਿਹਾ ਸੀ। ਉਸ ਨੇ ਮੋਹਨੀ ਦੀਆਂ ਬਾਹਾਂ ਫੜੀਆਂ ਹੋਈਆਂ ਸਨ। ਜਦੋਂ ਭਾਬੀ ਅਚਾਨਕ ਅੰਦਰ ਗਈ ਉਹ ਡਰ ਗਿਆ ਅਤੇ ਪਿੱਛੇ ਹਟ ਗਿਆ। ਉਹ ਹੋਰ ਕੋਈ ਨਹੀਂ ਸਗੋਂ ਮਨੁੱਖ ਦੇ ਭੇਸ ਵਿੱਚ ਇੱਕ ਜਾਨਵਰ ਸੀ। ਭਾਬੀ ਨੇ ਅੱਗੇ ਵੱਧ ਕੇ ਮੋਹਨੀ ਨੂੰ ਉਸ ਤੋਂ ਦੂਰ ਕਰ ਲਿਆ।
ਉਸਨੇ ਉਸ ਨੂੰ ਗਲੇ ਲਗਾਇਆ ਤੇ ਉਸ ਨੂੰ ਚੁੰਮਿਆ। ਅੰਦਰੋਂ ਉਹੀ ਬਦਬੂ ਆ ਰਹੀ ਸੀ। ਭਾਬੀ ਨੇ ਅਧਿਆਪਕ ਨੂੰ ਜ਼ੋਰਦਾਰ ਥੱਪੜ ਮਾਰਿਆ। ਭਾਬੀ ਜੀ ਦੇ ਚੀਕਣ ਅਤੇ ਉੱਚੀ ਉੱਚੀ ਬੋਲਣ ਕਾਰਨ ਸਕੂਲ ਦੇ ਸਾਰੇ ਅਧਿਆਪਕ ਇਕੱਠੇ ਹੋ ਗਏ। ਇਸ ਦੇ ਨਾਲ ਹੀ ਉਸ ਅਧਿਆਪਕ ਨੂੰ ਗਾਰਡ ਨੇ ਬੁਰੀ ਤਰ੍ਹਾਂ ਕੁੱਟਿਆ ਅਤੇ ਪੁਲਿਸ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ। ਭਾਬੀ ਆਪਣੀ ਧੀ ਦੇ ਸਾਹਮਣੇ ਬੈਠ ਗਈ। ਭਾਬੀ ਨੇ ਉਸ ਨੂੰ ਜੱਫੀ ਪਾਈ। ਉਹ ਕੰਬ ਰਹੀ ਸੀ ਅਤੇ ਰੋ ਰਹੀ ਸੀ। ਫਿਰ ਉਸ ਨੇ ਉਸ ਨੂੰ ਆਪਣੇ ਤੋਂ ਵੱਖ ਕੀਤਾ ਅਤੇ ਉਸ ਦਾ ਮੂੰਹ ਚੁੰਮ ਕੇ ਕਿਹਾ, ਮੇਰੀ ਬੇਟੀ, ਮੇਰੀ ਪਿਆਰੀ ਬੇਟੀ, ਤੁਸੀਂ ਆਪ ਹੀ ਇਹ ਸਬਜ਼ੀ ਆਪਣੀ ਵਰਦੀ ਤੇ ਡੋਲਦੇ ਸੀ ਨਾ? ਭਾਬੀ ਰੋਂਦੀ ਹੋਈ ਪੁੱਛ ਰਹੀ ਸੀ। ਮੋਹਨੀ ਨੇ ਕਿਹਾ, ਹਾਂ ਮੰਮੀ, ਮੈਂ ਇਸ ਨੂੰ ਆਪਣੇ ਆਪ ਡੋਲਦੀ ਸੀ ਤਾਂ ਜੋ ਉਹ ਮੇਰੇ ਨੇੜੇ ਨਾ ਆ ਸਕੇ। ਮੰਮੀ, ਮੈਂ ਬਹੁਤ ਡਰੀ ਹੋਈ ਸੀ। ਮੈਂ ਕਹਿੰਦੀ ਸੀ ਕਿ ਮੈਨੂੰ ਛੱਡ ਦਿਓ, ਪਰ ਉਹ ਮੈਨੂੰ ਧਮਕੀਆਂ ਦਿੰਦਾ ਸੀ ਕਿ ਜੇਕਰ ਮੈਂ ਘਰ ਵਿੱਚ ਕਿਸੇ ਨੂੰ ਦੱਸਿਆ ਤਾਂ ਉਹ ਮੈਨੂੰ ਮਾਰ ਦੇਵੇਗਾ। ਮੰਮੀ, ਉਹ ਕਹਿੰਦਾ ਸੀ ਕਿ ਮੈਂ ਗੰਦੀ ਹਾਂ, ਮੇਰੇ ਤੋਂ ਬਦਬੂ ਆਉਂਦੀ ਹੈ। ਮੇਰੇ ਮੋਢਿਆਂ ਤੇ ਛੂਹ ਕੇ ਉਸਨੇ ਦੱਸਿਆ ਕਿ ਉਹ ਮੈਨੂੰ ਇੱਥੇ ਛੂੰਹਦਾ ਸੀ। ਜਦੋਂ ਮੈਂ ਉਹਨਾਂ ਦੇ ਨੇੜੇ ਜਾਣ ਤੋਂ ਇਨਕਾਰ ਕੀਤਾ ਤਾਂ ਉਹਨਾਂ ਨੇ ਇੱਥੇ ਮੇਰੇ ਮਾਰਿਆ। ਉਸਨੇ ਆਪਣੀ ਗਲ ਤੇ ਹੱਥ ਰੱਖ ਕੇ ਰੋਂਦੀ ਹੋਈ ਨੇ ਕਿਹਾ, ਮੰਮੀ, ਕਿਰਪਾ ਕਰਕੇ ਮੈਨੂੰ ਬਚਾਓ। ਮੈਂ ਇੱਥੇ ਨਹੀਂ ਰਹਿਣਾ ਚਾਹੁੰਦੀ। ਮੈਨੂੰ ਇੱਥੇ ਨਾ ਪੜਾਓ। ਉਹ ਇਹ ਲਗਾਤਾਰ ਬੋਲ ਰਹੀ ਸੀ ਤੇ ਉਸਨੇ ਭਾਬੀ ਨੂੰ ਜੱਫੀ ਪਾਈ ਹੋਈ ਸੀ ਤਾਂ ਅਚਾਨਕ ਉਹ ਚੁੱਪ ਹੋ ਗਈ। ਭਾਬੀ ਨੇ ਕਿਹਾ, ਮੋਹਨੀ ਪੁੱਤਰ, ਅੱਖਾਂ ਖੋਲ। ਭਾਬੀ ਨੇ ਉਸ ਨੂੰ ਬਹੁਤ ਬੁਲਾਇਆ ਪਰ ਉਸ ਨੇ ਅੱਖਾਂ ਨਾ ਖੋਲੀਆਂ। ਜਦੋਂ ਮੋਹਨੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਦੱਸਿਆ ਕਿ ਉਹ ਡਰ ਕਾਰਨ ਬੇਹੋਸ਼ ਹੋ ਗਈ ਸੀ। ਭਾਬੀ ਦੇ ਪੈਰਾਂ ਹੇਠੋਂ ਜਿਵੇਂ ਕਿਸੇ ਨੇ ਜ਼ਮੀਨ ਕੱਢ ਲਈ ਹੋਵੇ। ਉਸ ਨੇ ਜਲਦੀ ਨਾਲ ਭਰਾ ਨੂੰ ਬੁਲਾਇਆ ਅਤੇ ਸਾਰੀ ਗੱਲ ਦੱਸੀ। ਜਦੋਂ ਭਰਾ ਵਾਪਸ ਆਏ ਤਾਂ ਆਪਣੀ ਲਾਡਲੀ ਧੀ ਨੂੰ ਇਸ ਹਾਲਤ ਵਿੱਚ ਦੇਖ ਕੇ ਬਹੁਤ ਦੁਖੀ ਹੋ ਗਏ। ਭਾਬੀ ਆਪ ਵੀ ਸੋਚਾਂ ਵਿੱਚ ਬੈਠੀ ਸੀ ਕਿ ਇਹ ਸਭ ਉਸ ਦਾ ਹੀ ਕਸੂਰ ਸੀ। ਮੋਹਨੀ ਨੇ ਭਾਬੀ ਨੂੰ ਸੱਚ ਦੱਸਣ ਦੀ ਬਹੁਤ ਕੋਸ਼ਿਸ਼ ਕੀਤੀ ਸੀ। ਉਸ ਦੀ ਹਾਲਤ ਕਾਰਨ ਹੀ ਉਸ ਦੀ ਪੜ੍ਹਾਈ ਵਿੱਚ ਦਿਲਚਸਪੀ ਖਤਮ ਹੋ ਗਈ ਸੀ। ਜਦੋਂ ਉਸ ਨੇ ਭਾਬੀ ਨੂੰ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਵੀ ਉਸ ਨੇ ਉਸ ਦੀਆਂ ਗੱਲਾਂ ਤੇ ਯਕੀਨ ਨਹੀਂ ਕੀਤਾ। ਭਾਬੀ ਇਹ ਸਭ ਸੋਚ ਵੀ ਨਹੀਂ ਸਕਦੀ ਸੀ। ਭਾਬੀ ਇਸ ਨੂੰ ਝੂਠ ਸਮਝ ਰਹੀ ਸੀ ਕਿ ਕੋਈ ਵੀ ਅਧਿਆਪਕ ਅਜਿਹਾ ਕੰਮ ਕਿਵੇਂ ਕਰ ਸਕਦਾ ਹੈ। ਅਤੇ ਮੋਹਨੀ ਹੀ ਨਹੀਂ, ਅੱਜ ਤੱਕ ਪਤਾ ਨਹੀਂ ਕਿੰਨੀਆਂ ਕੁੜੀਆਂ ਨਾਲ ਇਸ ਅਧਿਆਪਕ ਨੇ ਅਜਿਹਾ ਕੀਤਾ ਸੀ। ਸਕੂਲ ਵਾਲਿਆਂ ਨੇ ਦੱਸਿਆ ਸੀ ਕਿ ਉਹ ਸਾਡੇ ਸਕੂਲ ਦਾ ਬਹੁਤ ਚੰਗਾ ਅਧਿਆਪਕ ਸੀ। ਉਸਨੇ ਕਦੇ ਵੀ ਕਿਸੇ ਮਹਿਲਾ ਅਧਿਆਪਕ ਨਾਲ ਦੁਰਵਿਵਹਾਰ ਨਹੀਂ ਕੀਤਾ। ਉਸਨੇ ਕਦੇ ਵੀ ਅਜਿਹਾ ਕੁਝ ਨਹੀਂ ਕੀਤਾ। ਇਸ ਕਰਕੇ ਉੱਥੋਂ ਦੀ ਫੈਕਲਟੀ ਨੂੰ ਉਸ ਦੇ ਬਹੁਤ ਵਿਸ਼ਵਾਸ ਸੀ ਅਤੇ ਕਿਹਾ ਕਰਦੇ ਸੀ ਕਿ ਇੱਥੇ ਕੰਮ ਕਰਨ ਵਾਲਿਆਂ ਸਾਰਿਆਂ ਅਧਿਆਪਕਾਂ ਮੇਰੀਆਂ ਭੈਣਾਂ ਹਨ। ਸਾਰੇ ਉਸ ਤੇ ਭਰੋਸਾ ਕਰਨ ਲੱਗੇ। ਉਸ ਦੀ ਗੱਲ ਮੰਨ ਲਈ ਗਈ ਪਰ ਕਿਸੇ ਨੂੰ ਪਤਾ ਨਾ ਲੱਗਾ ਉਹ ਮਨੁੱਖ ਦੇ ਭੇਸ ਵਿੱਚ ਛੁਪਿਆ ਜਾਨਵਰ ਸੀ, ਜਿਸ ਕਾਰਨ ਅੱਜ ਮੋਹਨੀ ਦੀ ਇਹ ਹਾਲਤ ਹੈ। ਹੁਣ ਉਹ ਆਪਣੇ ਸਮੇਂ ਤੋਂ ਪਹਿਲਾਂ ਵੱਡੀ ਹੋ ਗਈ ਸੀ। ਹੁਣ ਉਹ ਕੋਈ ਸ਼ਰਾਰਤ ਨਹੀਂ ਕਰਦੀ, ਚੁੱਪ ਰਹਿੰਦੀ ਹੈ ਅਤੇ ਬੜੀਆਂ ਡੂੰਘੀਆਂ ਗੱਲਾਂ ਕਰਨ ਲੱਗ ਜਾਂਦੀ ਹੈ। ਉਹ ਵੀ ਪੜ੍ਹਨਾ ਚਾਹੁੰਦੀ ਸੀ, ਇਸ ਲਈ ਭਰਾ ਭਾਬੀ ਨੇ ਉਸ ਨੂੰ ਕਿਸੇ ਹੋਰ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ। ਪਰ ਮੋਹਨੀ ਦੀ ਮਾਸੂਮੀਅਤ ਹੁਣ ਵਾਪਸ ਨਹੀਂ ਆ ਸਕਦੀ ਸੀ। ਭਰਾ ਵੀ ਭਰਜਾਈ ਤੋਂ ਦੂਰ ਰਹਿਣ ਲੱਗ ਪਿਆ। ਭਰਾ ਨੂੰ ਲੱਗਦਾ ਸੀ ਕਿ ਇਸ ਸਭ ਵਿੱਚ ਭਾਬੀ ਦਾ ਕਸੂਰ ਸੀ ਤੇ ਉਹ ਗਲਤ ਵੀ ਨਹੀਂ ਸੀ। ਇਸ ਵਿੱਚ ਸੱਚਮੁੱਚ ਭਾਬੀ ਦਾ ਕਸੂਰ ਹੀ ਸੀ। ਇਹ ਉਸ ਦੀ ਆਪਣੀ ਲਾਪਰਵਾਹੀ ਦਾ ਨਤੀਜਾ ਸੀ। ਉਸ ਨੂੰ ਆਪਣੀ ਧੀ ਦਾ ਧਿਆਨ ਰੱਖਣਾ ਚਾਹੀਦਾ ਸੀ ਪਰ ਉਸ ਨੇ ਆਪਣਾ ਸਾਰਾ ਧਿਆਨ ਘਰ ਦੇ ਕੰਮਾਂ ਵਿੱਚ ਰੱਖਿਆ। ਇਸ ਕਰਕੇ ਇਹ ਦੁੱਖ ਉਸ ਦੇ ਜੀਵਨ ਵਿੱਚ ਲਿਖਿਆ ਗਿਆ। ਇਹ ਬਹਿਸ਼ੀ ਹੁਣ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਸਾਨੂੰ ਆਪਣੇ ਬੱਚਿਆਂ ਦੇ ਸਭ ਤੋਂ ਨੇੜੇ ਰਹਿਣਾ ਚਾਹੀਦਾ ਹੈ। ਸਾਨੂੰ ਉਹਨਾਂ ਦੇ ਦੋਸਤ ਬਣ ਕੇ ਰਹਿਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਭਾਵੇਂ ਕੋਈ ਛੋਟੀ ਜਿਹੀ ਗੱਲ ਹੋਵੇ ਉਹ ਸਾਨੂੰ ਆ ਕੇ ਦੱਸਣ। ਅਸੀਂ ਉਹਨਾਂ ਦੇ ਮਾਪੇ ਨਹੀਂ ਹਾਂ, ਸਗੋਂ ਉਹਨਾਂ ਦੇ ਮਿੱਤਰ ਹਾਂ। ਮੇਰੇ 2 ਬੱਚੇ ਹਨ ਅਤੇ ਜਿਸ ਤਰ੍ਹਾਂ ਮੈਂ ਉਹਨਾਂ ਨੂੰ ਦੋਸਤ ਬਣ ਕੇ ਪਾਲਿਆ ਹੈ ਉਹ ਆ ਕੇ ਮੈਨੂੰ ਸਭ ਕੁਝ ਦੱਸਦੇ ਹਨ। ਅੱਜ ਵੀ ਭੈਣ ਭਰਾ ਬੀਤੇ ਸਮੇਂ ਦੀ ਲਾਪਰਵਾਹੀ ਤੇ ਸ਼ਰਮ ਮਹਿਸੂਸ ਕਰਦੇ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਾਰਾ ਕਸੂਰ ਭਾਬੀ ਦਾ ਸੀ? ਜਦੋਂ ਪਹਿਲਾ ਨੋਟ ਆਇਆ ਤਾਂ ਭਾਬੀ ਨੂੰ ਜਾ ਕੇ ਸਾਰੀ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਸੀ। ਜਾਂ ਸਭ ਤੋਂ ਵੱਡੀ ਗਲਤੀ ਸਕੂਲ ਪ੍ਰਬੰਧਕਾਂ ਦੀ ਸੀ, ਜਿਨ੍ਹਾਂ ਨੇ ਅਧਿਆਪਕ ਦੀਆਂ ਗਲਤੀਆਂ ਨੂੰ ਨੋਟ ਨਹੀਂ ਕੀਤਾ ਅਤੇ ਉਸ ਨੂੰ ਨੌਕਰੀ ਤੇ ਲੈ ਲਿਆ। ਬਹੁਤ ਸਾਰੇ ਸਕੂਲ ਅਤੇ ਸਥਾਨ ਹਨ ਜਿੱਥੇ ਲੋਕ ਅਜਿਹੀਆਂ ਗਲਤੀਆਂ ਕਰਦੇ ਹਨ। ਤੁਸੀਂ ਸਾਰੇ ਸੁਚੇਤ ਰਹੋ, ਨਹੀਂ ਤਾਂ ਤੁਹਾਨੂੰ ਵੀ ਅਜਿਹਾ ਨੁਕਸਾਨ ਉਠਾਉਣਾ ਪੈ ਸਕਦਾ ਹੈ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ, ਨੋਟੀਫਿਕੇਸ਼ਨ ਬਟਨ ਨੂੰ ਦਬਾਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਪਹਿਲਾਂ ਮਿਲ ਸਕੇ। ਧੰਨਵਾਦ।